ਲੱਖੇ ਸਿਧਾਣੇ ਨੂੰ ਆਪਾਂ ਇਹਦੀ ਰੈਲੀ ਨੂੰ ਕਿਸਾਨ ਅੰਦੋਲਨ ਤੋਂ ਵੱਖ ਕਰਕੇ ਇਸ ਕਰਕੇ ਨਹੀਂ ਦੇਖਦੇ ਕਿਉਂਕਿ ਉੱਥੇ ਨਾ ਤਾਂ ਉਹਨੇ ਕੋਈ ਭੜਕਾਹਟ ਵਾਲਾ ਭਾਸ਼ਣ ਦਿੱਤਾ, ਨਾ ਕਿਸੇ ਦੇ ਉਹ ਖਿਲਾਫ ਬੋਲਿਆ, ਨਾ ਹੀ ਕਿਸੇ ਨੂੰ ਇਸੇ ਤਰੀਕੇ ਨਾਲ ਉਕਸਾਇਆ ਵੀ ਆਹ ਕਰ ਲਓ, ਉਹ ਕਰ ਲਓ, ਇਦਾਂ ਕਰ ਲਓ। ਉਹਦੇ ਤੇ ਗ੍ਰਿਫਤਾਰੀ ਹੈ ਕਾਦੀ? ਦੇਸ਼ ਧਰੋਹ ਦਾ ਤੁਸੀਂ ਮੁਕੱਦਮਾ ਕੀਤਾ ਹੈ ਤਾਂ ਕਿਹੜਾ ਉਹਨੇ ਦੇਸ਼ ਧਰੋਹ ਕੰਮ ਕੀਤਾ? ਹਰੇਕ ਤੇ ਦੇਸ਼ ਧਰੋਹ ਦੀ ਧਾਰਾ ਲਾ ਦੇਣੀ ਉਹ ਕਿੰਨੀ ਕੁ ਜਾਇਜ਼ ਆ? ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਵਿਚਾਰ ਚਰਚਾ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਇਸ ਪ੍ਰੋਗਰਾਮ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਚਰਚਾ ਕਰਦੇ ਹਾਂ ਸਾਡੇ ਆਲੇ ਦੁਆਲੇ ਵਾਲੀਆਂ ਹੋ ਰਹੀਆਂ ਘਟਨਾਵਾਂ ਤੇ ਇਹਨਾਂ ਘਟਨਾਵਾਂ ਤੇ ਵਿਸ਼ਲੇਸ਼ਣ ਕਰਨ ਲਈ ਸਾਡੇ ਨਾਲ ਅੱਜ ਮਾਹਰ ਮਹਿਮਾਨ ਦੇ ਤੌਰ ਤੇ ਮੌਜੂਦ ਨੇ ਸਾਡੇ ਦੋਸਤ ਸਰਦਾਰ ਅਵਤਾਰ ਸਿੰਘ ਜੀ ਸ਼ੇਰਗਿੱਲ। ਸਤਿ ਸ਼੍ਰੀ ਅਕਾਲ ਜੀ ਸ਼ੇਰਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਕੀ ਹਾਲ ਚਾਲ ਹੈ ਜੀ? ਬਹੁਤ ਕਿਰਪਾ ਜੀ, ਤੁਸੀਂ ਬੜੇ ਦਿਨਾਂ ਬਾਅਦ ਦਰਸ਼ਨ ਹੋਏ ਆ ਜੀ। ਮੌਸਮ ਫਿਰ ਬਦਲ ਗਿਆ, ਹੁਣ ਅਸੀਂ ਮੌਸਮ ਬਿਲਕੁਲ ਚੜ੍ਹਦੇ ਸਿਆਲ 'ਚ ਮਿਲੇ ਸੀ ਤੇ ਹੁਣ ਅਸੀਂ ਲਹਿੰਦੇ ਸਿਆਲ 'ਚ ਮਿਲਦੇ ਪਏ। ਸਹੀ ਗੱਲ ਹੈ ਜੀ, ਗਰਮੀਆਂ ਸ਼ੁਰੂ ਹੋਣ ਲੱਗ ਪਈਆਂ ਹੌਲੀ ਹੌਲੀ ਜੀ, ਤੇ ਦੁਪਹਿਰ ਨੂੰ ਸੂਰਜ ਵੀ ਹੁਣ ਤਿੱਖਾ ਹੋਣ ਲੱਗ ਪਿਆ। ਬਿਲਕੁਲ ਜੀ। ਤੇ ਜਿਵੇਂ ਜਿਵੇਂ ਅੰਦੋਲਨ ਤਿੱਖਾ ਹੋ ਰਿਹਾ ਕਿਸਾਨਾਂ ਦਾ, ਉਸੇ ਤਰ੍ਹਾਂ ਗਰਮੀ ਵੀ ਥੋੜੀ ਜਿਹੀ ਹੋਰ ਤਿੱਖੀ ਰੁੱਖ ਅਖਤਿਆਰ ਕਰ ਰਹੀ ਹੈ। ਬਿਲਕੁਲ ਸ਼ੇਰਗਿੱਲ ਸਾਹਿਬ, ਜੇ ਅਸੀਂ ਅੱਜ ਦੀਆਂ ਘਟਨਾਵਾਂ ਦੀ ਗੱਲਬਾਤ ਕਰੀਏ ਤੇ ਅੱਜ ਅਸੀਂ ਗੱਲ ਕਰਾਂਗੇ ਕੱਲ੍ਹ ਜਿਹੜੀ ਪੰਜਾਬ ਦੇ ਵਿੱਚ ਇੱਕ ਵੱਖਰੀ ਤੌਰ ਦੀ ਰੈਲੀ ਹੋਈ ਆ। ਵੱਖਰੀ ਉਹਨੂੰ ਇਸ ਕਰਕੇ ਕਹਾਂਗੇ ਕਿ ਇਹ ਵੀ ਨਹੀਂ ਸਮਝ ਲੱਗਦੀ ਕਿ ਉਹ ਕਿਸੇ ਪੋਲੀਟੀਕਲ ਪਾਰਟੀ ਵੱਲੋਂ ਸੀ ਤੇ ਇਹ ਵੀ ਨਹੀਂ ਲੱਗਦੀ ਕਿ ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੀ, ਪਰ ਉਸ ਰੈਲੀ ਦਾ ਭਰਵਾਂ ਹੋਣਾ ਪੰਜਾਬੀਆਂ ਨੇ ਫਿਰ ਇੱਕ ਵਾਰ ਇਕੱਠ ਦਾ ਸਬੂਤ ਦਿੱਤਾ ਹੈ। ਇਹਦੇ ਅਗਲੇ ਪਿਛਲੇ ਕਾਰਨਾਂ ਦੀ ਵੀ ਗੱਲ ਕਰਾਂਗੇ ਤੇ ਨਾਲ ਦੀ ਨਾਲ ਗੱਲ ਕਰਾਂਗੇ ਪਗੜੀ ਸੰਭਾਲ ਜੱਟਾਂ ਦੀ, ਭਾਰਤ ਤੇ ਚੀਨ ਦੇ ਵੱਧਦੇ ਵਪਾਰਕ ਸਮਝੌਤਿਆਂ ਦੀ ਵੀ ਗੱਲ ਹੋਵੇਗੀ ਤੇ ਕੁਝ ਗੱਲਾਂ ਹੋਰ ਵੀ ਕਰਨੀਆਂ ਨੇ। ਤੇ ਸ਼ੇਰਗਿੱਲ ਸਾਹਿਬ, ਅਸੀਂ ਗੱਲ ਕਰੀਏ ਪੰਜਾਬ ਦਾ ਬਹੁਤ ਵੱਡਾ ਤੇ ਬਹੁਤ ਇਤਿਹਾਸਕ ਪਿੰਡ ਆ ਮਹਿਰਾਜ ਜੀ। ਉੱਥੋਂ ਕੱਲ੍ਹ ਲੱਖਾ ਸਿਧਾਣਾ, ਜਿਹਨੂੰ ਆਪਾਂ ਕਹਿੰਦੇ ਹਾਂ ਲਖਬੀਰ ਸਿੰਘ, ਕਬੱਡੀ ਦਾ ਵੀ ਖਿਲਾੜੀ ਰਿਹਾ ਤੇ ਪੜ੍ਹਿਆ ਲਿਖਿਆ ਵੀ ਆ ਮੁੰਡਾ, ਤੇ ਉਹਨੇ ਇੱਕ ਵੱਖਰੀ ਪਛਾਣ ਵੀ ਬਣਾਈ ਆ, ਭਾਵੇਂ ਕਿ ਉਹਦਾ ਪਿਛੋਕੜ ਜਿਹੜਾ ਆ ਉਹ ਕੁਝ ਟਿੱਬਿਆਂ ਵਾਲਾ ਹੀ ਰਿਹਾ ਆ। ਵੱਖਰੇ ਤਰੀਕੇ ਦਾ ਉਹਦਾ ਜਿਹੜਾ ਜਵਾਨੀ ਜਿਹੜੀ ਆ ਉਹ ਰਹੀ ਆ, ਉਹਦੀ ਕਾਲਜ ਲਾਈਫ ਜਾਂ ਉਸ ਤੋਂ ਬਾਅਦ ਦਾ ਜਿਹੜਾ ਸਮਾਂ। ਕੱਲ੍ਹ ਉਹਨੇ ਇੱਕ ਰੈਲੀ ਕੀਤੀ ਆ ਤੇ ਉਹਦਾ ਅਸੀਂ ਦਾਰੋ ਮਦਾਰ ਜੇ ਦੇਖੀਏ ਤੇ ਉਹਦੀ ਅਸੀਂ ਅਗਲੇ ਪਿਛਲੀਆਂ ਗੱਲਾਂ ਕਰੀਏ ਤੇ ਉਹ ਕਿਵੇਂ ਦੀ ਸੀ ਰੈਲੀ ਕੱਲ੍ਹ ਦੀ? ਰੈਲੀ ਦੇ ਵਿੱਚ ਕੋਈ ਸ਼ੱਕ ਨਹੀਂ, ਬਹੁਤ ਭਰਵੀਂ ਸੀਗੀ, ਬਹੁਤ ਵੱਡਾ ਇਕੱਠ ਸੀਗਾ ਜੀ। ਔਰ ਉਹ ਇੱਕ ਸੋਸ਼ਲ ਮੀਡੀਆ ਤੇ ਦਿੱਤੇ ਹੋਏ ਲੱਖੇ ਸਿਧਾਣੇ ਦੇ ਸੱਦੇ ਤੇ ਹੀ ਜੀ ਇੰਨੀ ਵੱਡੀ ਗਿਣਤੀ 'ਚ ਲੋਕ ਪਹੁੰਚ ਗਏ ਸੀ, ਜਿਹਦਾ ਉਹਨੇ ਖੁਦ ਵੀ ਬਹੁਤ ਸ਼ੁਕਰਗੁਜ਼ਾਰ ਕੀਤਾ ਔਰ ਕਿਹਾ ਮੈਂ ਰਿਣੀ ਰਹਾਂਗਾ ਜੀ। ਗੱਲ ਉੱਥੇ ਹੈਗੀ ਆ ਵੀ ਸਿਰਫ ਤੇ ਸਿਰਫ ਨੌਜਵਾਨ ਵਰਗ ਐਡੀ ਵੱਡੀ ਗਿਣਤੀ 'ਚ ਉਮੜ ਕੇ ਆਇਆ ਸੀ। ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕਹੀ ਆ ਵੀ ਲੱਖਾ ਸਿਧਾਣਾ ਔਰ ਦੀਪ ਸਿੱਧੂ ਦੋ ਐਸੇ ਕਿਰਦਾਰ ਰਹੇ ਆ ਇਸ ਕਿਸਾਨ ਅੰਦੋਲਨ ਦੇ ਵਿੱਚ, ਟਰੈਕਟਰ ਪਰੇਡ ਦੇ ਵਿੱਚ, ਜਿਨ੍ਹਾਂ ਦੇ ਨਾਲ ਨੌਜਵਾਨ ਵਰਗ ਬਹੁਤ ਵੱਡੀ ਗਿਣਤੀ 'ਚ ਜੁੜਿਆ ਹੋਇਆ ਆ ਜੀ। ਇਹਨਾਂ ਦੀ ਹੀ ਆਪਾਂ ਗੱਲ ਕਰਦੇ ਹਾਂ ਤਾਂ ਜਦੋਂ 26 ਨਵੰਬਰ ਨੂੰ ਦਿੱਲੀ ਚਲੋ ਵਾਲਾ ਜਿਹੜਾ ਅੰਦੋਲਨ ਸੀਗਾ, ਉਹਨੂੰ ਆਪਾਂ ਪੰਜਾਬ ਦੇ ਬਾਰਡਰਾਂ ਤੋਂ ਟਪਾਉਣ ਦੇ ਵਿੱਚ ਇਹਨਾਂ ਮੁੰਡਿਆਂ ਦੀ, ਇਹਨਾਂ ਦੇ ਨਾਲ ਲੱਗੇ ਨੌਜਵਾਨ ਦੇ ਵੱਡੇ ਵਰਗ ਦੀ ਬਹੁਤ ਵੱਡੀ ਭੂਮਿਕਾ ਸੀਗੀ ਜੀ। ਨਹੀਂ ਤਾਂ ਜਦੋਂ ਕਿਸਾਨ ਆਗੂਆਂ ਨੇ ਕਿਹਾ ਸੀਗਾ ਵੀ ਅਸੀਂ ਜਿੱਥੇ ਸਾਨੂੰ ਰੋਕਾਂਗੇ, ਪੁਲਿਸ ਜਿੱਥੇ ਸਾਨੂੰ ਰੋਕੂਗੀ ਉੱਥੇ ਹੀ ਬਹਿ ਕੇ ਧਰਨਾ ਦੇਵਾਂਗੇ, ਪਰ ਜਿਹੜਾ ਜੋਸ਼ ਆ ਨੌਜਵਾਨਾਂ ਦਾ ਉਹ ਐਸਾ ਉਬਾਲਾ ਮਾਰਿਆ ਵੀ ਉਹਨਾਂ ਨੇ ਇਸ ਗੱਲ ਨੂੰ ਪ੍ਰਵਾਨ ਕਰਦਿਆਂ ਵੀ ਨਹੀਂ ਕੀਤਾ। ਬਿਲਕੁਲ, ਜੇ ਕਿਸਾਨ ਆਗੂਆਂ ਨੇ ਰੋਕਦਿਆਂ ਵੀ ਇਹਨਾਂ ਨੂੰ ਬਹੁਤ ਰੋਕਿਆ ਵੀ ਆਪਾਂ ਅੱਗੇ ਨਹੀਂ ਜਾਣਾ, ਕਿਸੇ ਤਰ੍ਹਾਂ ਦੀ ਝੜਪ ਨਹੀਂ ਹੋਣੀ ਚਾਹੀਦੀ ਆ, ਪਰ ਇਹਨਾਂ ਨੂੰ ਪਤਾ ਸੀਗਾ ਵੀ ਇੱਥੇ ਬੈਠਿਆਂ ਗੱਲ ਨਹੀਂ ਬਣਨੀ, ਆਪਾਂ ਤਾਂ ਦਿੱਲੀ ਜਾਣਾ ਤੇ ਦਿੱਲੀ ਚਲੋ ਦਾ ਜੇ ਪ੍ਰੋਗਰਾਮ ਦਿੱਤਾ ਆ ਤਾਂ ਦਿੱਲੀ ਹੀ ਪਹੁੰਚਣਾ। ਉਹਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਭੂਮਿਕਾ ਰਹੀ ਆ। ਫਿਰ ਘਟਨਾਕ੍ਰਮ ਆ ਜਾਂਦਾ 26 ਜਨਵਰੀ ਦਾ ਜੀ, ਜਦੋਂ ਕਿ ਇਹ ਸਰਕਾਰ ਨੇ ਪੂਰੀ ਤਰ੍ਹਾਂ ਇਸ ਨੂੰ ਕਿਸਾਨ ਅੰਦੋਲਨ ਨੂੰ ਤਾਰ-ਪੀੜੋ ਕਰਨ ਦੀ ਐਸੀ ਪਲੈਨਿੰਗ ਸੀਗੀ ਉਹਨਾਂ ਦੀ, ਜਿਹੜੀ ਕਿ ਉਹ ਬਾਅਦ ਵਿੱਚ ਸਿਰੇ ਨਹੀਂ ਚੜੀ। ਵੱਖਰੀ ਗੱਲ ਆ ਵੀ ਉਹ ਕੁਦਰਤ ਦੀ ਐਸੀ ਮਿਹਰ ਹੋਈ ਵੀ ਉਹ ਦੁਬਾਰਾ ਜਿਹੜਾ ਅੰਦੋਲਨ ਪੂਰੀ ਤਰ੍ਹਾਂ ਭੱਖ ਗਿਆ, ਪਰ ਉਹ ਇੱਕ ਲੀਹੋਂ ਜ਼ਰੂਰ ਲੈਣ ਦੀ ਕੋਸ਼ਿਸ਼ ਹੋਈ ਸੀਗੀ, ਕੀਤੀ ਗਈ ਸੀਗੀ। ਉਹਦੇ ਵਿੱਚ ਇਹਨਾਂ ਦਾ ਨਾਂ ਜ਼ਰੂਰ ਸੀਗਾ ਵੀ ਦੀਪ ਸਿੱਧੂ ਦਾ ਵੀ ਤੇ ਲੱਖਾ ਸਿਧਾਣੇ ਦਾ। ਤੁਹਾਨੂੰ ਯਾਦ ਹੋਊਗਾ ਜਿਸ ਦਿਨ ਪਹਿਲੇ ਦਿਨ ਇਹ ਕੇਸ ਦਰਜ ਹੋਏ ਆ, FIR ਦਰਜ ਹੋਈਆਂ, ਉਦੋਂ ਨਹੀਂ ਸੀ ਇਹਨਾਂ ਦੇ ਨਾਂ ਪਾਏ। ਬਿਲਕੁਲ, ਇਹਨਾਂ ਦੇ ਨਾਂ ਅਗਲੇ 1-2 ਦਿਨ ਦੇ ਵਿੱਚ ਪਾਏ ਆ। ਉਹਦੇ ਵਿੱਚ ਦੀਪ ਸਿੱਧੂ ਤਾਂ ਗ੍ਰਿਫਤਾਰ ਹੋ ਗਿਆ। ਉਸ ਤੋਂ ਬਾਅਦ ਇਹਦੇ ਤੇ ਵੀ ਇਨਾਮ ਰੱਖਿਆ ਹੋਇਆ ਸੀ ਲੱਖੇ ਸਿਧਾਣੇ ਤੇ 1 ਲੱਖ ਰੁਪਏ ਦਾ ਦਿੱਲੀ ਪੁਲਿਸ ਨੇ। ਬਾਵਜੂਦ ਇਸ ਦੇ ਉਹਨੇ 2-3 ਵਾਰੀ ਲਾਈਵ ਹੋ ਕੇ ਸੰਬੋਧਨ ਕੀਤਾ ਲੋਕਾਂ ਨੂੰ, ਇੱਕ ਇਹਦਾ ਜ਼ਿਆਦਾ ਹੋਕਾ ਦਿੱਤਾ ਉਹਨੇ ਜੀ। ਜੇ ਆਪਾਂ ਸ਼ੁਰੂ ਤੋਂ ਦੇਖੀਏ ਨਾ, ਜਦੋਂ ਵੀ ਕਿਤੇ ਆਪਾਂ ਉਹਦੀ ਸੰਬੋਧਨ ਕਰਦੇ ਹਾਂ, ਗੱਲ ਸੁਣੀ ਜਾਵੇ ਜਾਂ ਟਿਕਰੀ ਬਾਰਡਰ ਤੇ ਜਾਂ ਕਿਸੇ ਹੋਰ ਤੇ, ਤਾਂ ਉੱਥੇ ਜ਼ਿਆਦਾਤਰ ਉਹ ਇਹੀ ਕਹਿੰਦਾ ਸੀ ਪੰਜਾਬੀਓ ਇੱਕ ਹੋ ਜਾਓ ਜੀ। ਹੁਣ ਵੀ ਉਹਨਾਂ ਨੇ ਜਿਹੜਾ ਕੱਲ 10 ਮਿੰਟ ਦੀ ਤਕਰੀਰ ਦਿੱਤੀ, ਜਿਹੜਾ ਉੱਥੇ ਭਾਸ਼ਣ ਦਿੱਤਾ,
ਇਹ ਪਹਿਲਾਂ ਤਾਂ ਮੈਂ ਇਹ ਕਹੂੰਗਾ ਵੀ ਦਿੱਲੀ ਨੂੰ ਬਠਿੰਡਿਓਂ ਸਿੱਧੀ ਚੁਣੌਤੀ ਦਿੱਤੀ ਗਈ ਆ ਜੀ। ਦਿੱਲੀ ਪੁਲਿਸ ਨੂੰ ਸਿੱਧੀ ਚੁਣੌਤੀ ਦਿੱਤੀ ਗਈ ਆ। ਜੇ ਦਿੱਲੀ ਪੁਲਿਸ ਨੂੰ ਪਹਿਲਾਂ ਹੀ ਪਤਾ ਸੀਗਾ ਇੱਕ ਬੰਦਾ ਤੁਹਾਡੇ ਕੋਲ 1 ਲੱਖ ਰੁਪਏ ਦਾ ਇਨਾਮ ਵਾਲਾ ਆ, ਔਰ ਤੁਹਾਨੂੰ ਉਹ 3 ਦਿਨ ਪਹਿਲਾਂ ਹੀ ਕਹਿ ਰਿਹਾ ਵੀ ਮੈਂ 23 ਤਰੀਕ ਨੂੰ ਇਸ ਪਿੰਡ ਦੇ ਵਿੱਚ ਰੈਲੀ ਕਰਨੀ ਆ ਔਰ ਮੈਂ ਉੱਥੇ ਪਹੁੰਚੂੰਗਾ ਜੀ, ਤਾਂ ਉਹਦੇ ਵਿੱਚ ਆਪਾਂ ਉਹਦੀ ਬੇਸ਼ੱਕ ਨਾਕਾਮੀ ਕਹਿ ਸਕਦੇ ਹਾਂ, ਕਿਉਂਕਿ ਜਦੋਂ ਉਹਨਾਂ ਨੇ FIR ਦਰਜ ਕੀਤੀ ਆ ਤੇ ਉਹ ਕੁਦਰਤੀ ਆ ਵੀ ਪੁਲਿਸ ਨੇ ਉਹਨੂੰ ਫੜਨਾ ਹੀ ਆ, ਗ੍ਰਿਫਤਾਰੀ ਪਾਉਣੀ ਆ, ਉਹ ਕਾਨੂੰਨੀ ਕਾਰਵਾਈ ਆ, ਉਹਦੀ ਕਰਨੀ ਆ। ਪਰ ਇਸ ਦੇ ਬਾਵਜੂਦ ਲੋਕਾਂ ਦਾ ਜਿਹੜਾ ਉਹਨਾਂ ਨੂੰ ਸਮਰਥਨ ਮਿਲਿਆ ਉਹ ਇਸ ਗੱਲ ਦਾ ਪ੍ਰਤੀਕ ਆ ਵੀ ਲੋਕ ਜਿਹੜੇ ਆ ਉਹ ਦਿੱਲੀ ਪੁਲਿਸ ਦੇ ਸਾਹਮਣੇ ਇਸ ਤਰੀਕੇ ਨਾਲ ਝੁਕਣ ਵਾਲੇ ਨਹੀਂ ਜੀ। ਇਹੀ ਗੱਲ ਉਹਨੇ ਵੀ ਆਪਣੇ ਸਪੀਚ ਵਿੱਚ, ਆਪਣੇ ਭਾਸ਼ਣ ਵਿੱਚ ਕਹੀ ਆ ਵੀ ਜੇ ਦਿੱਲੀ ਪੁਲਿਸ ਵਾਲੇ ਆਉਂਦੇ ਆ ਤੇ ਉਹਨਾਂ ਨੂੰ ਇੱਥੇ ਫੜ ਕੇ ਬਿਠਾ ਲਓ, ਬੰਦੀ ਬਣਾ ਲਓ ਔਰ ਉਹਨਾਂ ਨੂੰ ਇਹ ਦੱਸੋ ਵੀ ਅਸੀਂ ਕਿਸੇ ਤਰ੍ਹਾਂ ਦਾ ਕੋਈ ਗਲਤ ਕੰਮ ਨਹੀਂ ਕੀਤਾ ਜੀ। ਗੱਲ ਰਹੀ ਗ੍ਰਿਫਤਾਰੀ ਦੀ, ਜੇ ਮੈਂ ਕੀਤੀ ਆ ਤਾਂ ਉਹਦੀ ਵੀ ਗੱਲ ਗਾਹਾਂ ਕਰਾਂ ਵੀ ਗ੍ਰਿਫਤਾਰੀ ਹੋਵੇ ਤਾਂ ਹੋਵੇ ਕਿਉਂ ਜੀ, ਕਿਹੜਾ ਗੁਨਾਹ ਕੀਤਾ ਆ। ਬਾਰ-ਬਾਰ ਰੌਲਾ ਇਹ ਪੈਂਦਾ ਆ ਰਿਹਾ ਵੀ ਤਿਰੰਗੇ ਦਾ ਅਪਮਾਨ ਕੀਤਾ, ਤਿਰੰਗੇ ਦਾ ਅਪਮਾਨ ਕੀਤਾ, ਤੇ ਤਿਰੰਗੇ ਦਾ ਅਪਮਾਨ ਕਿਤੇ ਹੋਇਆ ਹੀ ਨਹੀਂ। ਇੱਕ ਭਾਜਪਾ ਆਗੂ ਵੀ ਕਹਿ ਰਿਹਾ ਸੀਗਾ ਵੀ ਦੇਖੋ ਜੀ ਤਿਰੰਗਾ ਨੀਚੇ ਡਿੱਗਿਆ ਹੋਇਆ ਸੀ, ਵੀਡੀਓ ਚੰਗੀ ਤਰ੍ਹਾਂ ਦੇਖਿਓ, ਪਰ ਉਹਦੀ ਜਾਣਕਾਰੀ ਨੂੰ ਇਹ ਦੱਸਣਾ ਬਣਦਾ ਹੈ ਵੀ ਉਹ ਜਿਸ ਪੋਲ ਤੇ ਪਹਿਲਾ ਜਿਹੜਾ ਨਿਸ਼ਾਨ ਸਾਹਿਬ ਚੜਾਇਆ ਉਹ ਪੋਲ ਖਾਲੀ ਹੁੰਦਾ ਹਮੇਸ਼ਾ ਜੀ। ਉਸ ਪੋਲ ਤੇ ਸਿਰਫ 15 ਅਗਸਤ ਨੂੰ ਪ੍ਰਧਾਨ ਮੰਤਰੀ ਸਾਹਿਬ ਹੀ ਝੰਡਾ ਲਹਿਰਾਉਂਦੇ ਆ, ਉਸ ਤੋਂ ਬਾਅਦ ਉਹ ਪੋਲ ਖਾਲੀ ਹੁੰਦਾ। ਹੁਣ ਉਸ ਪਤਾ ਨਹੀਂ ਉਸ ਭਾਜਪਾ ਦੇ ਆਗੂ ਨੇ ਕਿੱਥੋਂ ਦੇਖ ਲਈ ਵੀਡੀਓ, ਕਿੱਥੇ ਡਿੱਗਿਆ ਦੇਖ ਲਿਆ ਜੀ। ਇਸੇ ਕਰਕੇ ਸੀਗਾ ਵੀ ਲੋਕਾਂ ਨੇ ਉੱਥੇ ਇਸ ਗੱਲ ਨੂੰ ਜ਼ੋਰ ਨਾਲ ਕਿਹਾ ਵੀ ਗ੍ਰਿਫਤਾਰ ਕਰਨਾ ਤਾਂ ਕਿਹੜੇ ਅਪਰਾਧ ਲਈ ਕਰਨਾ, ਕੀ ਅਪਰਾਧ ਕੀਤਾ ਆ। ਦੇਖੋ ਜਦੋਂ ਇਹਦੇ ਤੇ ਕੋਈ ਐਸੇ ਕੇਸ ਚੱਲਦੇ ਸੀਗੇ ਉਹਨਾਂ ਵਿੱਚੋਂ ਤੋਂ ਉਹ ਬਾਹਰ ਫਿਰ ਰਿਹਾ। ਹੁਣ ਉਹਦੇ ਵਿੱਚ ਗੱਲ ਇਹ ਵੀ ਆਉਂਦੀ ਆ ਬਈ ਜਿਹੜੇ ਭਾਜਪਾ ਵਾਲੇ ਆ ਦੋਸ਼ ਲਾ ਰਹੇ ਆ ਵੀ ਕਾਂਗਰਸ ਦਾ ਕੀਤਾ ਕਰਾਇਆ ਸਾਰਾ ਜੀ। ਪੰਜਾਬ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਤੇ ਸਿੱਧਾ ਦੋਸ਼ ਲਾ ਰਹੇ ਆ ਵੀ ਇਹਨਾਂ ਨੇ ਇਹਦੀ ਸ਼ਹਿ ਤੇ ਹੋ ਕੇ ਇਹ ਰੈਲੀ ਕੀਤੀ ਗਈ ਆ। ਇਹਦੇ ਵਿੱਚ ਪੰਜਾਬ ਪੁਲਿਸ ਦਾ ਤਾਂ ਕਿਤੇ ਕੋਈ ਰੋਲ ਹੀ ਹੈ ਨਹੀਂ। FIR ਦਰਜ ਤੁਹਾਡੀ ਦਿੱਲੀ ਹੋ ਰਹੀ ਆ ਜੀ। ਦਿੱਲੀ ਪੁਲਿਸ ਨੂੰ ਇਹ ਲੋੜੀਂਦਾ ਆ, ਇਨਾਮ ਦਿੱਲੀ ਪੁਲਿਸ ਨੇ ਰੱਖਿਆ ਆ ਤੇ ਪੰਜਾਬ ਕਾਂਗਰਸ ਔਰ ਪੰਜਾਬ ਪੁਲਿਸ ਦਾ ਕਿਤੇ ਰੋਲ ਹੈ ਨਹੀਂ। ਦੂਸਰੀ ਗੱਲ, ਜੇ ਦਿੱਲੀ ਪੁਲਿਸ ਪਹਿਲਾਂ ਤਾਂ ਉੱਥੇ ਦਾਅਵਾ ਇਹੀ ਕੀਤਾ ਜਾ ਰਿਹਾ ਵੀ ਦਿੱਲੀ ਪੁਲਿਸ ਉੱਥੇ ਮਹਾਰਾਜ ਪਹੁੰਚੀ ਨਹੀਂ ਜੀ। ਦੂਸਰੀ ਗੱਲ, ਜੇ ਪਹੁੰਚਦੀ ਵੀ ਐਡੇ ਵੱਡੇ ਮਲਾਖ, ਐਡੇ ਵੱਡੇ ਹਜੂਮ ਦੇ ਵਿੱਚ ਇੱਕ ਬੰਦੇ ਨੂੰ ਗ੍ਰਿਫਤਾਰ ਕਰਕੇ ਲੈ ਜਾਣਾ ਸੌਖਾ ਨਹੀਂ ਸੀ ਜੀ। ਇਹ ਗੱਲ ਸ਼ਾਇਦ ਦਿੱਲੀ ਪੁਲਿਸ ਵਾਲਿਆਂ ਨੂੰ ਸਮਝ ਲੱਗ ਗਈ ਹੋਣੀ ਆ ਵੀ ਜੇ ਹੁਣ ਕੋਈ ਇਹੋ ਜਿਹੀ ਹਰਕਤ ਕਰਦੇ ਆ ਤੇ ਇਹਦੇ ਨਤੀਜੇ ਬਹੁਤ ਮਾੜੇ ਨਿਕਲਣੇ ਆ। ਹੋ ਸਕਦਾ ਉੱਥੇ ਕੋਈ ਰੌਲਾ ਰੱਪਾ ਪੈ ਜਾਏ, ਗੋਲੀ ਵੀ ਚਲਾਉਣੀ ਪਵੇ। ਉਹ ਇਸ ਕਰਕੇ ਜਿਹੜਾ ਠੰਡ ਢੰਡੋਰੇ ਨੂੰ ਕਹਿ ਦਈਏ ਸ਼ਾਂਤਮਈ ਨਿਕਲ ਗਿਆ। ਉਹਦੀ ਤਕਰੀਰ ਦੀ ਆਪਾਂ ਜੇ ਗੱਲ ਕਰਦੇ ਆ ਤਾਂ ਉਹਦੇ ਵਿੱਚ ਉਹਨੇ ਬਹੁਤ ਕੁਝ ਗੱਲਾਂ ਕਹੀਆਂ ਜੀ, ਜਿਹਦੇ ਵਿੱਚ ਇੱਕ ਵਾਰ ਫੇਰ ਉਹਨੇ ਕਿਹਾ ਵੀ ਇੱਕ ਹੋ ਜਾਓ, ਪੰਜਾਬੀ ਜਿਹੜੇ ਆ ਇੱਕ ਹੋਣਗੇ ਤਾਂ ਫਿਰ ਅੰਦੋਲਨ ਕੋਈ ਇਹੋ ਜਿਹਾ ਨਹੀਂ ਹੈਗਾ ਜਿਹਨੂੰ ਉਹ ਨਹੀਂ ਜਿੱਤ ਸਕਦੇ ਜੀ। ਨਾਲ ਦੀ ਨਾਲ ਉਹਨਾਂ ਨੇ ਕਿਸਾਨ ਆਗੂਆਂ ਨੂੰ ਵੀ ਕਿਹਾ ਵੀ ਬੇਸ਼ੱਕ ਤੁਸੀਂ ਸ਼ੁਰੂਆਤ ਦੇ ਵਿੱਚ ਕਾਹਲੀ ਵਿੱਚ ਸਾਨੂੰ ਜੋ ਮਰਜ਼ੀ ਕਹਿਤਾ ਸੀਗਾ, ਸਾਡੇ ਬਾਰੇ ਕਹਿਤਾ ਸੀ ਵੀ ਸਰਕਾਰ ਦੇਖੂ ਜਾਂ ਉਹ ਦੇਖੂਗੀ, ਮਗਰੋਂ ਤੁਹਾਡਾ ਹੋਇਆ ਵਿਰੋਧ, ਫਿਰ ਤੁਸੀਂ ਲੱਗੇ ਕਹਿਣ ਵੀ ਨਹੀਂ ਅਸੀਂ ਇੱਦਾਂ ਕਰਦੇ ਹਾਂ ਜਾਂ ਨੋ ਕਮੈਂਟ ਕਹਿ ਕੇ ਸਾਰ ਦਿੱਤਾ। ਪਰ ਅਸੀਂ ਇਹ ਗੱਲ ਉਹਨੇ ਜ਼ੋਰ ਦੇ ਕੇ ਕਹੀ ਆ ਵੀ ਭਲਕੇ ਨੂੰ ਜੇਕਰ ਦਿੱਲੀ ਪੁਲਿਸ ਤੁਹਾਨੂੰ ਤੰਗ ਕਰਦੀ ਆ, ਤੁਹਾਨੂੰ ਕਿਤੇ ਆ ਕੇ ਫੜਦੀ ਆ, ਗ੍ਰਿਫਤਾਰ ਕਰਦੀ ਆ, ਤਾਂ ਅਸੀਂ ਤੁਹਾਡੇ ਨਾਲ ਖੜਾਂਗੇ ਜੀ। ਔਰ ਉਹਨਾਂ ਨੇ ਨੌਜਵਾਨਾਂ ਨੂੰ ਪੂਰੇ ਜੋਸ਼ ਨਾਲ, ਪੂਰੇ ਜ਼ੋਰ ਨਾਲ, ਬਹੁਤ ਤਕੀਦ ਕਰਦਿਆਂ ਕਿਹਾ ਵੀ ਤੁਸੀਂ ਵੱਧ ਤੋਂ ਵੱਧ ਗਿਣਤੀ 'ਚ ਦਿੱਲੀ ਦੇ ਬਾਰਡਰਾਂ ਵਿੱਚ ਪਹੁੰਚਣਾ ਆ, ਜੋ ਵੀ ਪ੍ਰੋਗਰਾਮ ਕਿਸਾਨ ਆਗੂ ਦਿੰਦੇ ਆ ਉਹਨਾਂ ਦੇ ਉੱਤੇ ਅਮਲ ਕਰਨਾ ਆ। ਕੱਲ੍ਹ ਫਿਰ ਉਹਨੇ ਇਹੀ ਕਿਹਾ ਸੀਗਾ ਵੀ ਕਿਸਾਨ ਆਗੂ ਸਾਨੂੰ ਅਗਲਾ ਪ੍ਰੋਗਰਾਮ ਜਲਦੀ ਦੇਣ ਤਾਂ ਕਿ ਸਰਕਾਰ ਤੇ ਦਬਾਅ ਜਿਹੜਾ ਪਹਿਲਾਂ ਬਣਿਆ ਉਹਨੂੰ ਬਰਕਰਾਰ ਰੱਖਿਆ ਜਾ ਸਕੇ। ਜੀ ਸ਼ੇਰਗਿੱਲ ਸਾਹਿਬ, ਇਦਾਂ ਕਹਿ ਸਕਦੇ ਹਾਂ ਅਸੀਂ ਕਿ 26 ਜਨਵਰੀ ਨੂੰ ਜੋ ਨੁਕਸਾਨ ਹੋਇਆ ਸੀ, ਕੱਲ੍ਹ ਦੀ ਰੈਲੀ ਨੇ ਇਹਨਾਂ ਸਾਰੀਆਂ ਧਿਰਾਂ ਨੂੰ ਫਿਰ ਤੋਂ ਇੱਕ ਕਰ ਦਿੱਤਾ। ਇਹ ਤੋਂ ਝਲਕ ਜ਼ਰੂਰ ਮਿਲਦੀ ਆ ਜੀ। ਇਹ ਤਾਂ ਹੁਣ ਰਿਐਕਸ਼ਨ ਕਿਸਾਨ ਆਗੂਆਂ ਨੇ ਹਲੇ ਉਹਦਾ ਬਾਰੇ ਕੁਝ ਦਿੱਤਾ ਨਹੀਂ, ਕਈਆਂ ਨੇ ਦਿੱਤਾ ਵੀ ਆ ਤਾਂ ਉਹਨਾਂ ਨੇ ਇਹ ਕਿਹਾ ਵੀ ਸਾਡਾ ਹੀ ਮੁੰਡਾ ਸੀਗਾ, ਇਹ ਨੌਜਵਾਨ ਸਾਡੇ ਨਾਲ ਹੀ ਆ। ਉਹਨਾਂ ਨੂੰ ਪੁੱਛਿਆ ਗਿਆ ਕਿਸਾਨ ਆਗੂਆਂ ਨੂੰ ਵੀ ਜਿਹੜੀ ਇਹ ਰੈਲੀ ਵੱਖਰੇ ਤੌਰ ਤੇ ਹੋਈ ਆ ਤੁਸੀਂ ਇਹਨੂੰ ਕਿਵੇਂ ਦੇਖਦੇ ਆ। ਉਹ ਕਹਿੰਦੇ ਵੱਖਰੇ ਤੌਰ ਤੇ ਨਹੀਂ, ਇਹ ਨੌਜਵਾਨ ਵਰਗ ਦਾ ਆਪਣਾ ਇੱਕ ਉਪਰਾਲਾ ਸੀਗਾ, ਇਹ ਸਮਰਥਨ ਜਟਾਉਣ ਦਾ ਉਪਰਾਲਾ ਸੀਗਾ ਕਿਸਾਨ ਆਗੂਆਂ ਦੇ ਨਾਲ, ਕਿਸਾਨ ਅੰਦੋਲਨ ਨਾਲ, ਨਾ ਕਿ ਉਹਨਾਂ ਦਾ ਇੱਕ ਵੱਖਰਾ ਸੀਗਾ। ਸੋ ਉਹ ਪਹਿਲੇ ਦਿਨ ਤੋਂ ਹੀ ਸਾਡੇ ਨਾਲ ਆ, ਹੁਣ ਵੀ ਨਾਲ ਆ ਤੇ ਗਾਂ ਵੀ ਅਸੀਂ ਨਾਲ ਹੀ ਰਹਾਂਗੇ ਤਾਂ ਅਸੀਂ ਵੀ ਨਾਲ ਹੀ ਆ। ਕਿਸਾਨ ਆਗੂਆਂ ਦਾ ਜਿਹੜਾ ਰਿਐਕਸ਼ਨ ਆ ਉਹ ਬਹੁਤ ਵਧੀਆ ਪੋਜ਼ਿਟਿਵ ਰਿਹਾ ਹੈ ਇਹਦੇ ਬਾਰੇ। ਔਰ ਇਹਦੇ ਸੰਦਰਭ 'ਚ ਇਹ ਵੀ ਕਿਹਾ ਜਾ ਰਿਹਾ ਸੀ ਕਿ ਜੇ ਇਸ ਬੰਦੇ ਨੇ, ਲੱਖਾ ਸਿਧਾਣੇ ਨੇ ਵੱਖਰੀ ਰੈਲੀ ਕਰਤੀ ਆ ਤੇ ਇਹਦਾ ਕੋਈ ਕਿਸਾਨ ਅੰਦੋਲਨ ਤੇ ਪ੍ਰਭਾਵ ਪਊਗਾ। ਇਹਦਾ ਪ੍ਰਭਾਵ ਕਿਸੇ ਤਰ੍ਹਾਂ ਦਾ ਦੁਸ਼ਪ੍ਰਭਾਵ ਨਹੀਂ ਪੈਣ ਵਾਲਾ, ਕਿਉਂਕਿ ਜੋ ਨੌਜਵਾਨ ਵਰਗ ਉੱਥੇ ਆਇਆ ਸੀ ਉਹਦੇ ਵਿੱਚ ਕਿਸਾਨੀ ਜਜ਼ਬੇ ਨੂੰ ਲੈ ਕੇ ਤੁਰੇ ਸੀ ਉਹ। ਠੀਕ ਹੈ, ਇੱਕ ਬੰਦੇ ਦੀ ਕਾਲ ਤੇ ਆਏ ਸੀਗੇ, ਉਹਦੇ ਨਾਲ ਜੁੜੇ ਹੋਣ ਦੇ ਬਾਵਜੂਦ, ਪਰ ਜਿਹੜਾ ਮਕਸਦ ਇਸ ਵੇਲੇ ਚੱਲ ਰਿਹਾ, ਜੋ ਦੌਰ ਚੱਲ ਰਿਹਾ ਹੈ, ਤਾਂ ਉਹਨੂੰ ਲੈ ਕੇ ਤੁਰੇ ਸੀ ਨਾ। ਉਹਨੂੰ
ਬੇਸ਼ੱਕ ਉਹ ਇਹਦੇ ਲੱਖੇ ਸਿਧਾਣੇ ਦੇ ਕਹਿਣ ਤੇ ਆਏ ਸੀ, ਪਰ ਉਹਨਾਂ ਦਾ ਜਿਹੜਾ ਫੋਕਸ ਹੈ, ਉਹਨਾਂ ਦਾ ਮਕਸਦ ਆ, ਉਹ ਉਹੀ ਆ ਵੀ ਕਾਨੂੰਨ ਜਿਹੜੇ ਵਾਪਸ ਕਰਾਉਣੇ ਆ। ਔਰ ਇਸ ਗੱਲ ਨੂੰ ਫਿਰ ਉਹ ਕਹਿ ਕੇ ਗਿਆ ਵੀ ਸਾਨੂੰ ਕਾਨੂੰਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਬਦਲਾਅ ਮਨਜ਼ੂਰ ਹੀ ਨਹੀਂ, ਅਸੀਂ ਤਾਂ ਰੱਦ ਹੀ ਕਰਾਉਣੇ ਆ। ਜੇ ਲੱਖੇ ਸਿਧਾਣੇ ਦੇ ਐਂਗਲ ਤੋਂ ਦੇਖੀਏ ਇਸ ਰੈਲੀ ਨੂੰ, ਤੇ ਮੈਨੂੰ ਇਹ ਲੱਗਦਾ ਕਿ ਉਹ ਕਿਸਾਨ ਜਥੇਬੰਦੀਆਂ ਨੂੰ ਹੀ ਇਹ ਗੱਲ ਦੱਸਣੀ ਚਾਹੁੰਦਾ ਸੀ, ਅਸੀਂ ਤੁਹਾਡੇ ਨਾਲ ਆ ਤੇ ਸਾਡੇ ਤੋਂ ਤੁਸੀਂ ਕਿਸੇ ਤਰ੍ਹਾਂ ਦਾ ਵਖਰੇਵਾਂ ਨਾ ਕਰੋ, ਜਾਂ ਜਿਹੜੀ ਸਾਡੀ ਸੋਚ ਦੇ ਵਿੱਚ ਜਾਂ ਕਿਤੇ ਵਿਚਾਰਧਾਰਕ ਫਰਕ ਥੋੜੇ ਬਹੁਤ ਜੇ ਕਿਤੇ ਹੈਗੇ ਵੀ ਆ, ਤੇ ਪੰਜਾਬ ਦੇ ਇਹਨਾਂ ਸਮੱਸਿਆਵਾਂ ਲਈ ਅਸੀਂ ਸਾਰੇ ਇੱਕ ਹੋ ਕੇ ਲੜੀਏ। ਦੇਖੋ, ਵਿਚਾਰਧਾਰਕ ਮਤਭੇਦ ਹੋਣ ਜਾਂ ਕਿਸੇ ਤਰ੍ਹਾਂ ਦਾ ਮਤਭੇਦ ਹੋਣ, ਅੱਗੇ ਹੈਗਾ ਆ ਉਹਨਾਂ ਦੇ ਤਜਰਬੇ ਵਾਲਾ ਜਿਹੜਾ ਹੋਸ਼, ਬਿਲਕੁਲ ਸਿਆਣੇ ਕਿਸਾਨ ਆਗੂਆਂ ਦਾ, ਬਿਲਕੁਲ ਪਿੱਛੇ ਹੈਗਾ ਆ ਜਿਹੜਾ ਨੌਜਵਾਨੀ ਦਾ ਜੋਸ਼। ਜੀ। ਇਹ ਜੋਸ਼ ਤੇ ਹੋਸ਼ ਦੋਨੇ ਰਲ ਕੇ ਚੱਲਣੇ ਚਾਹੀਦੇ ਆ। ਪਹਿਲਾਂ ਵੀ ਚੱਲੇ ਆ, ਹੁਣ ਵੀ ਚੱਲਣੇ ਚਾਹੀਦੇ ਆ, ਗਾਂ ਵੀ ਚੱਲਣਗੇ, ਤਾਂ ਹੀ ਇਹਦੇ ਅੰਦੋਲਨ ਦਾ ਨਤੀਜਾ ਸਾਰਥਕ ਕਿਸਾਨ ਪੱਖੀ ਨਿਕਲੂਗਾ। ਇਹਦੇ ਵਿੱਚ ਕਈ ਗੱਲਾਂ ਪਹਿਲਾਂ ਵੀ ਹੋਈਆਂ ਸੀਗੀਆਂ, ਕਿਸਾਨ ਆਗੂਆਂ ਨੂੰ ਕਿਹਾ ਜਾਂਦਾ ਰਿਹਾ ਬਈ ਤੁਸੀਂ ਇਹ ਨੌਜਵਾਨ ਵਰਗ ਨੂੰ ਨਾਲ ਰੱਖੋ, ਪਰ ਉਹ ਕਿਸਾਨ ਆਗੂਆਂ ਨੂੰ ਇਹ ਹੁੰਦਾ ਵੀ ਇਹ ਕਾਲੇ ਪੈ ਜਾਂਦੇ ਆ। ਠੀਕ ਆ, ਨੌਜਵਾਨ ਹਮੇਸ਼ਾ ਹੀ ਵਰਗ ਜਿਹੜਾ ਕਾਲਾ ਹੀ ਪੈਂਦਾ ਹੁੰਦਾ, ਪਰ ਉਹਨੂੰ ਸੰਭਾਲਣਾ, ਉਹਨੂੰ ਸਹੀ ਲੀਹੇ ਪਾਉਣਾ, ਉਹਨੂੰ ਸਹੀ ਤਰਤੀਬ ਦੇਣਾ, ਉਹ ਤਾਂ ਕਿਸਾਨ ਜਿਹੜੇ ਸਿਆਣੇ ਆ ਉਹਨਾਂ ਦੇ ਹੱਥ 'ਚ ਹੁੰਦਾ। ਉਹਨਾਂ ਨੂੰ ਹੀ ਇਹਦੀ ਅਗਵਾਈ ਕਰਦੇ ਆ, ਕਰਦੇ ਰਹਿਣਾ ਚਾਹੀਦਾ ਆ। ਮੈਂ ਉਹਨਾਂ ਨੂੰ ਦੇਖਿਆ ਵੀ ਜਦੋਂ ਇੱਕ ਵੀਡੀਓ ਪਹਿਲਾਂ ਆਈ ਸੀ ਨਾ, ਉਹਦੇ ਵਿੱਚ ਵੀ ਲੱਖਾ ਸਿਧਾਣੇ ਨੇ ਇਹ ਕਿਹਾ ਸੀ ਵੀ ਪਹਿਲੇ ਦਿਨ ਤੋਂ ਇਸ ਅੰਦੋਲਨ ਦੀ ਅਗਵਾਈ ਪੰਜਾਬ ਕਰ ਰਿਹਾ, ਅੱਗੋਂ ਵੀ ਪੰਜਾਬ ਹੀ ਕਰੇਗਾ। ਤੇ ਕੱਲ ਵੀ ਉਹਨਾਂ ਨੇ ਜਿਹੜਾ ਜਿੰਨਾ ਵੀ ਜ਼ੋਰ ਇਸ ਗੱਲ ਤੇ ਦਿੱਤਾ ਵੀ ਪੰਜਾਬ ਨੇ ਇਸ ਅੰਦੋਲਨ ਨੂੰ ਤੋਰਿਆ ਤੇ ਦੇਸ਼ ਭਰ 'ਚ ਫੈਲਾਇਆ, ਤੇ ਪੰਜਾਬ ਹੀ ਇਸ ਅੰਦੋਲਨ ਨੂੰ ਜਿੱਤ ਵੱਲ ਲਿਜਾਏਗਾ ਔਰ ਜਿੱਤ ਕੇ ਮੁੜਾਗਾ। ਸੋ ਇਹ ਲੱਖੇ ਸਿਧਾਣੇ ਨੂੰ ਆਪਾਂ ਇਹਦੀ ਰੈਲੀ ਨੂੰ ਕਿਸਾਨ ਅੰਦੋਲਨ ਤੋਂ ਵੱਖ ਕਰਕੇ ਇਸ ਕਰਕੇ ਨਹੀਂ ਦੇਖਦੇ ਕਿਉਂਕਿ ਉੱਥੇ ਨਾ ਤਾਂ ਉਹਨੇ ਕੋਈ ਭੜਕਾਹਟ ਵਾਲਾ ਭਾਸ਼ਣ ਦਿੱਤਾ, ਨਾ ਕਿਸੇ ਦੇ ਉਹ ਖਿਲਾਫ ਬੋਲਿਆ, ਨਾ ਹੀ ਕਿਸੇ ਨੂੰ ਇਸੇ ਤਰੀਕੇ ਨਾਲ ਉਕਸਾਇਆ ਵੀ ਆਹ ਕਰ ਲਓ, ਉਹ ਕਰ ਲਓ, ਇੱਦਾਂ ਕਰ ਲਓ। ਸੋ ਇਹਨੂੰ ਕਿਸਾਨ ਅੰਦੋਲਨ ਦਾ ਇੱਕ ਵੱਡਾ ਸਮਰਥਨ ਹੀ ਕਿਹਾ ਜਾ ਸਕਦਾ ਜੀ। ਸ਼ੇਰਗਿੱਲ ਸਾਹਿਬ, ਸਮਾਂ ਇੱਕ ਬ੍ਰੇਕ ਦਾ ਹੋ ਗਿਆ, ਇਹਦੇ ਕੁਝ ਹੋਰ ਪਹਿਲੂ ਹਾਲੇ ਆਪਾਂ ਵਿਚਾਰਦੇ ਹਾਂ ਜੀ। ਦਰਸ਼ਕੋ, ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਵਾਪਸੀ ਕਰਦੇ ਹਾਂ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਸ਼ੇਰਗਿੱਲ ਸਾਹਿਬ, ਅਸੀਂ ਚਰਚਾ ਕਰ ਰਹੇ ਸੀਗੇ ਜੋਸ਼ ਤੇ ਹੋਸ਼ ਦੇ ਸੁਮੇਲ ਦੀ, ਤੇ ਤੁਸੀਂ ਗੱਲ ਕੀਤੀ ਕਿ ਕੁਦਰਤ ਕਈ ਵਾਰੀ ਬਹੁਤ ਕੁਝ ਇਹੋ ਜਿਹਾ ਕਰ ਦਿੰਦੀ ਆ, ਤੇ ਬਾਣੀ 'ਚ ਵੀ ਲਿਖਿਆ ਗਿਆ ਕਿ ਸਭੇ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਜਦੋਂ ਕੁਝ ਚੰਗਾ ਹੋਣਾ ਹੁੰਦਾ ਹੈ ਫਿਰ ਉਹਦੇ ਜਿਹੜੇ ਅਸਾਰ ਆ ਉਸ ਤਰੀਕੇ ਦੇ ਬਣ ਜਾਂਦੇ ਨੇ। ਤੇ ਜੇ ਇਹ ਤੇ ਅਸੀਂ ਗੱਲ ਕੀਤੀ ਕਿਸਾਨੀ ਪੱਖ ਤੋਂ ਜਾਂ ਪੰਜਾਬ ਦੇ ਪੱਖ ਤੋਂ, ਜਿਹੜੇ ਜਾਂ ਕਿਸਾਨ ਮੋਰਚੇ ਦੇ ਪੱਖ ਤੋਂ ਜਾਂ ਨੌਜਵਾਨੀ ਪੱਖ ਤੋਂ, ਤੇ ਇਹਦੀ ਜਿਹੜੀ ਵਿਰੋਧੀ ਧਿਰ ਆ, ਵਿਰੋਧੀ ਧਿਰ ਕਹਿ ਲਈਏ ਜਿਹਦੇ ਤੋਂ ਅਸੀਂ ਹੱਕਾਂ ਦੀ ਮੰਗ ਕਰਦੇ ਹਾਂ, ਸਰਕਾਰੀ ਧਿਰ ਜਾਂ ਬੀਜੇਪੀ ਦਾ ਇਸ ਰੈਲੀ ਬਾਰੇ ਤੇ ਇਸ ਸਾਰੇ ਬਾਰੇ ਕੀ ਕਹਿਣਾ ਜੀ? ਦੇਖੋ, ਬੀਜੇਪੀ ਦੇ ਕਈ ਆਗੂ ਇਹਦੇ ਪ੍ਰਤੀ ਇੰਨੇ ਕੁ ਔਖੇ ਹੋ ਗਏ, ਇੰਨੇ ਕੁ ਔਖੇ ਬੋਲੇ ਆ ਵੀ ਉਹਨਾਂ ਨੂੰ ਇਹ ਸਾਫ਼ ਦਿਸਣ ਲੱਗਾ ਵੀ ਇਹ ਕੀ ਗੱਲ ਬਣੀ ਜੀ। ਹੁਣ ਦੇਖੋ, ਜੇ ਤਾਂ ਕੋਈ ਬੀਜੇਪੀ ਦਾ ਆਗੂ ਕਿਸੇ ਹੋਰ ਸਟੇਟ ਦੇ ਵਿੱਚ ਵੱਡੇ ਤੋਂ ਵੱਡੇ ਅਪਰਾਧ ਦੇ ਵਿੱਚ ਵੀ ਹੋਵੇ, ਉਹਦੇ ਤੇ FIR ਵੀ ਹੋਵੇ ਔਰ ਘੱਟੋ ਘੱਟ ਪੁਲਿਸ ਨੂੰ ਲੱਭਦੀ ਹੋਵੇ, ਜੇ ਉਹ ਇਹੋ ਜਿਹੀ ਕਿਤੇ ਰੈਲੀ ਕਰ ਜਾਵੇ ਤਾਂ ਫਿਰ ਬੀਜੇਪੀ ਕਹਿੰਦੀ ਆ ਦੇਖੋ ਜੀ ਉਹ ਤਾਂ ਸਥਾਨਕ ਮਸਲਾ ਆ, ਸੂਬੇ ਦੀ ਸਰਕਾਰ ਨੂੰ ਪਤਾ ਹੋਊਗਾ, ਸਥਾਨਕ ਪੁਲਿਸ ਨੂੰ ਪਤਾ ਹੋਊਗਾ। ਹੁਣ ਜਦੋਂ ਇਹਦੇ ਤੇ ਕੋਈ ਇਹੋ ਜਿਹਾ ਵੱਡਾ ਅਪਰਾਧ ਵੀ ਹੈ ਨਹੀਂ, ਗ੍ਰਿਫਤਾਰੀ ਜਿਹੜੀ ਉਹ ਦਿੱਲੀ ਪੁਲਿਸ ਵਾਲਿਆਂ ਦੇ ਵਿੱਚ ਪਾਈ ਹੋਈ ਆ, ਉਹ ਵੀ ਦੇਸ਼ ਧਰੋਹ ਦਾ ਮਾਮਲਾ ਦਰਜ ਕਰਕੇ, ਜਦ ਕਿ ਇਹੋ ਜਿਹੀ ਕੋਈ ਗੱਲ ਹੈ ਨਹੀਂ ਸੀਗੀ ਜੀ। ਉਸ ਦੇ ਬਾਵਜੂਦ ਹੁਣ ਬੀਜੇਪੀ ਵਾਲੇ ਕਹਿ ਰਹੇ ਆ ਵੀ ਨਹੀਂ, ਇਹ ਤਾਂ ਜੀ ਪੰਜਾਬ ਕਾਂਗਰਸ ਦਾ ਕੀਤਾ ਕਰਾਇਆ ਸੀ, ਪੰਜਾਬ ਸਰਕਾਰ ਨੇ ਉਹਨੂੰ ਸ਼ਾਇਦ ਦੇ ਕੇ ਰੈਲੀ ਕਰਵਾਈ ਆ, ਇਹ ਸਾਰਾ ਕੁਝ ਉਹਨੇ ਕੀਤਾ ਆ। ਵਾਰ-ਵਾਰ ਜਿਹੜਾ ਆ ਇਹ ਭਾਜਪਾ ਆਗੂਆਂ ਦੇ ਵਿੱਚ ਜ਼ਿਆਦਾਤਰ ਮੈਂ ਦੇਖਿਆ ਤਾਂ ਹਰਜੀਤ ਗਰੇਵਾਲ ਹੁਣੀ ਇੱਕ ਵਾਰੀ ਫਿਰ ਪ੍ਰਗਟ ਹੋਏ ਆ ਜੀ। ਉਹ ਜਿਸ ਤਰੀਕਾ ਲੱਖਾ ਸਿਧਾਣਾ ਵਿਚਾਰਾ 26 ਜਨਵਰੀ ਤੋਂ ਬਾਅਦ ਹੁਣ ਨਜ਼ਰੀ ਆਇਆ ਕੈਮਰਿਆਂ ਦੇ ਮੂਹਰੇ, ਉਸ ਤਰੀਕੇ ਨਾਲ ਹਰਜੀਤ ਗਰੇਵਾਲ ਵੀ ਕਾਫੀ ਦੇਰ ਬਾਅਦ ਦਿਖਾਈ ਦਿੱਤੇ ਆ ਤੇ ਉਹਨਾਂ ਨੇ ਕਿਹਾ ਜੀ ਵੀ ਲੋਕਤੰਤਰ ਦਾ ਮਜ਼ਾਕ ਬਣ ਗਿਆ ਜੀ, ਜੇ ਹੋ ਗਿਆ ਉਹ ਹੋ ਗਿਆ, ਜੋ ਕੁਝ ਵੀ ਕਹਿੰਦੇ ਹੁੰਦੇ ਆ। ਪਰ ਉਹਦੇ ਵਿੱਚ ਇਹ ਦੱਸਿਆ ਜਾਵੇ ਵੀ ਉਹਦੇ ਤੇ ਗ੍ਰਿਫਤਾਰੀ ਹੈ ਕਾਹਦੀ? ਦੇਸ਼ ਧਰੋਹ ਦਾ ਤੁਸੀਂ ਮੁਕੱਦਮਾ ਕੀਤਾ ਹੈ ਤਾਂ ਕਿਹੜਾ ਉਹਨੇ ਦੇਸ਼ ਧਰੋਹ ਕੰਮ ਕੀਤਾ? ਇਹੋ ਜਿਹੀ ਗੱਲ ਕੋਈ ਸਾਬਤ ਤਾਂ ਕਰਨ ਪੁਲਿਸ ਵਾਲੇ, ਜਾਂ ਉਹਨੂੰ ਜੇ ਇਹੋ ਜਿਹੀ ਗੱਲ ਹੈਗੀ ਆ ਤੇ ਪਤਾ ਨਹੀਂ ਕਿੰਨੇ ਕੁ ਤੁਹਾਡੇ ਬੰਦੇ ਨਿਕਲ ਆਉਣੇ ਵਿੱਚੋਂ ਪਏ, ਇਹੋ ਜਿਹੇ ਕਿੰਨੇ ਦੇਸ਼ ਧਰੋਹ ਵਾਲੇ ਗੱਲ ਹੋਣੇ ਆ। ਹਰੇਕ ਤੇ ਦੇਸ਼ ਧਰੋਹ ਦੀ ਧਾਰਾ ਲਾ ਦੇਣੀ, ਉਹ ਕਿੰਨੀ ਕੁ ਜਾਇਜ਼ ਆ? ਸੋ ਇਹਦੀਆਂ ਜਿਹੜੀਆਂ ਗ੍ਰਿਫਤਾਰੀਆਂ ਨੂੰ ਲੈ ਕੇ ਵੀ ਉਹਨੇ ਸੁਚੇਤ ਕੀਤਾ ਪੰਜਾਬੀਆਂ ਨੂੰ, ਕਿਸਾਨ ਆਗੂਆਂ ਨੂੰ, ਪਲੱਸ ਨੌਜਵਾਨ ਵਰਗ ਨੂੰ, ਬਈ ਇਹ ਦਿੱਲੀ ਪੁਲਿਸ ਜੇ ਗ੍ਰਿਫਤਾਰੀ ਕਰ ਰਹੀ ਆ ਤਾਂ ਕੇਵਲ ਤੇ ਕੇਵਲ ਸਾਨੂੰ ਡਰਾਉਣ ਲਈ, ਦਮਨਕਾਰੀ ਨੀਤੀ ਅਪਣਾਉਣ ਲਈ, ਕਿਸਾਨ ਅੰਦੋਲਨ ਨੂੰ ਖਤਮ ਕਰਾਉਣ ਲਈ, ਦਬਾਅ ਪਾਉਣ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਆ। ਹੋਰ ਕੁਝ ਨਹੀਂ ਹੈ, ਇਹਦੇ 'ਚ ਡਰਨ ਦੀ ਲੋੜ ਨਹੀਂ ਹੈਗਾ। ਤੁਹਾਡੇ ਦੇ ਕੋਈ ਕੇਸ ਇਹੋ ਜਿਹਾ ਬਣਦਾ ਨਹੀਂ ਹੈਗਾ। ਇਹਦੇ 'ਚ ਸਾਫ਼ ਦਿਖਾਈ ਵੀ ਦਿੰਦਾ ਆ ਕਿ ਹਰੇਕ ਜੋ ਵੀ ਕਿਸਾਨ ਅੰਦੋਲਨ ਵਿੱਚ ਪਹੁੰਚਦਾ ਆ ਜਾਂ ਉਹਦਾ ਸਮਰਥਨ ਕਰਦਾ ਆ ਜਾਂ ਕਿਸੇ ਤਰ੍ਹਾਂ ਉਹਦੇ ਬਾਰੇ ਬੋਲਦਾ, ਚਾਲਦਾ, ਲਿਖਦਾ ਆ ਤਾਂ ਉਹਦੇ 'ਤੇ ਚੱਕ ਕੇ ਇਹ ਕੇਸ ਕਰ ਦਿੰਦੇ, ਉਹਨੂੰ ਲੱਭ ਕੇ ਦੇਖਦੇ ਆ ਵੀ ਕੌਣ ਬੰਦਾ ਇਹਨਾਂ ਦਾ ਸਮਰਥਨ ਕਰ ਰਿਹਾ ਜੀ। ਸ਼ੇਰਗਿੱਲ ਸਾਹਿਬ, ਅਸੀਂ ਪਿਛਲੇ ਸਮੇਂ ਦੀ ਜੇ ਸਰਕਾਰਾਂ ਦੀ ਗੱਲ ਕਰੀਏ ਤੇ ਦੇਸ਼ ਧਰੋਹ ਜਿਹੜਾ ਆ ਉਹ ਬਹੁਤ ਇੱਕ ਆਮ ਗੱਲ ਬਣ ਗਈ। ਬੀਤੇ ਦਿਨਾਂ ਦੀਆਂ ਅਖਬਾਰਾਂ ਦੀਆਂ ਸੁਰਖੀਆਂ 'ਚ ਵੀ ਗੱਲ ਇਹ ਚੱਲਦੀ ਰਹੀ ਆ ਕਿ ਪਿਛਲੇ ਸਮੇਂ ਦੇ ਵਿੱਚ ਦੇਸ਼ ਧਰੋਹ ਦੇ ਮਾਮਲਿਆਂ 'ਚ ਬਹੁਤ ਜ਼ਿਆਦਾ ਵਾਧਾ ਹੋਇਆ। ਬਿਲਕੁਲ ਜੀ।
ਤੇ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਕਿ ਅਸੀਂ ਇੱਕ ਬਰੀਕ ਜਿਹੀ ਲੀਕ ਖਿੱਚੀ ਹੋਣੀ ਚਾਹੀਦੀ ਹੈ ਕਿ ਸਰਕਾਰ ਦਾ ਵਿਰੋਧ ਕਰਦੇ ਹਾਂ ਜਾਂ ਅਸੀਂ ਦੇਸ਼ ਦਾ ਵਿਰੋਧ ਕਰਦੇ ਹਾਂ। ਇਹ ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ ਵੀ ਦੇਸ਼ ਧਰੋਹ ਦੇ ਮਾਮਲਿਆਂ 'ਚ ਇਹਨਾਂ 6-7 ਸਾਲਾਂ 'ਚ ਕਾਫੀ ਵਾਧਾ ਹੋਇਆ। ਉਹ ਮੈਨੂੰ ਲੱਗਦਾ ਵੀ ਇਹਨਾਂ ਨੇ ਥੋਕ ਦੇ ਗਿਣਤੀ ਦੇ ਵਿੱਚ ਹੀ ਨਾ ਉਹ ਸਰਟੀਫਿਕੇਟ ਬਣਾ ਲਏ ਆ, ਜਿਹਦਾ ਜੀ ਕੀਤਾ ਲਓ ਜੀ ਤੁਸੀਂ ਦੇਸ਼ ਭਗਤ ਆ, ਜਿਹਦਾ ਜੀ ਕੀਤਾ ਦੇਸ਼ ਧਰੋਹ ਆ ਤੁਸੀਂ ਆ, ਦੇਸ਼ ਦੇ ਗੱਦਾਰ ਆ, ਉਹ ਇਹ ਸਰਟੀਫਿਕੇਟ ਪੱਕੇ ਬਣਾ ਕੇ ਇਹਨਾਂ ਨੇ ਰੱਖ ਲਏ ਹੋਏ ਆ। ਹੁਣ ਇਹਦੇ ਵਿੱਚ ਇਹਨਾਂ ਨੂੰ ਡਿਫਾਈਨ ਨਹੀਂ ਕਰਨਾ ਆਉਂਦਾ ਵੀ ਦੇਸ਼ ਭਗਤ ਕੌਣ ਹੈ ਤੇ ਦੇਸ਼ ਧਰੋਹ ਕੌਣ ਆ। ਸੌਖਾ ਤਰੀਕਾ ਆ, ਚੁੱਪ ਕਰਕੇ UAPA ਲਾ ਦਿਓ। ਦੇਖੋ ਜਿਹੜੇ ਵਕੀਲ ਭਾਈਚਾਰਾ ਗਿਆ ਸੀਗਾ ਉੱਥੇ ਲੱਖੇ ਸਿਧਾਣੇ ਦੀ ਰੈਲੀ ਦੇ ਵਿੱਚ ਵੀ ਬੈਠਾ ਸੀਗਾ, ਜਿਹੜੇ ਗ੍ਰਿਫਤਾਰੀਆਂ ਹੋਈਆਂ ਉਹਦੇ ਕੇਸ ਵੀ ਲੜ ਰਿਹਾ, ਉਹ ਵਕੀਲ ਭਾਈਚਾਰਾ ਵੀ ਕਹਿ ਰਿਹਾ ਵੀ ਜੇ ਕਿਸੇ ਸਰਕਾਰ ਨਾਲ ਅਸਹਿਮਤੀ ਹੁੰਦੀ ਕਿਸੇ ਦੀ, ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਹੋ ਰਿਹਾ, ਸਰਕਾਰ ਦੀਆਂ ਕਈਆਂ ਗੱਲਾਂ ਚੰਗੀਆਂ ਨਹੀਂ ਲੱਗ ਰਹੀਆਂ, ਉਹਦੇ ਤੇ UAPA ਲਾ ਦੇਣਾ ਕਿੱਥੋਂ ਤੱਕ ਜਾਇਜ਼ ਆ। ਬਿਲਕੁਲ, ਉਹ ਗੱਲ ਤੇ ਉਹੀ ਹੋ ਗਈ ਨਾ ਕਿ ਵਿਰੋਧ ਤੇ ਸਾਡਾ ਸਰਕਾਰ ਨਾਲ ਆ ਤੇ ਸਰਕਾਰ ਆਪਣੇ ਆਪ ਨੂੰ ਦੇਸ਼ ਸਮਝੀ ਬੈਠੀ ਆ। ਬਿਲਕੁਲ ਜੀ, ਬਿਲਕੁਲ। ਤੇ ਸ਼ੇਰਗਿੱਲ ਸਾਹਿਬ ਇਸੇ ਹੀ ਕੜੀ ਦੇ ਵਿੱਚ ਜੁੜਿਆ ਹੋਇਆ ਮਾਮਲਾ ਹੈ ਦਿਸ਼ਾ ਰਵੀ ਵਾਲਾ। ਜੀ ਉਹਦੇ ਨੂੰ ਜ਼ਮਾਨਤ ਮਿਲ ਗਈ ਆ। ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਜਿੱਦਾਂ ਜਿਹੋ ਜਿਹੇ ਕੇਸ ਦਰਜ ਹੋ ਰਹੇ ਨੇ ਥੋਕ ਦੇ ਵਿੱਚ ਤੇ ਮਿਲਣੀ ਤੇ ਜ਼ਮਾਨਤ ਹੀ ਆ, ਕਿਉਂਕਿ ਬੜੀਆਂ ਛੋਟੀਆਂ ਘਟਨਾਵਾਂ ਨੇ ਤੇ ਸਰਕਾਰ ਇਹਨਾਂ ਨੂੰ ਦਬਾਉਣ ਲਈ ਇਹੋ ਜਿਹਾ ਕੁਝ ਕਰ ਰਹੀ ਹੈ ਜਿਵੇਂ ਤੁਸੀਂ ਦੱਸਿਆ। ਬਿਲਕੁਲ ਜੀ। ਤੇ ਉਸ ਕੇਸ ਦੇ ਵਿੱਚ ਜ਼ਮਾਨਤ ਹੋਣ ਤੋਂ ਬਾਅਦ ਜੱਜ ਸਾਹਿਬ ਨੇ ਜੋ ਕਿਹਾ ਉਹ ਬੜਾ ਸਪਸ਼ਟ ਸੰਕੇਤਕ ਆ ਜੀ, ਉਹ ਦੱਸੂਗੇ ਜਰਾ ਕੀ ਉਹਨਾਂ ਨੇ ਜੱਜ ਸਾਹਿਬ ਨੇ ਕਿਹਾ। ਦੇਖੋ ਸ਼ਰਮਾ ਜੀ, 9 ਦਿਨ ਉਸ ਕੁੜੀ ਨੂੰ ਜੇਲ੍ਹ 'ਚ ਰਹਿਣਾ ਪਿਆ। ਜੇਲ੍ਹ 'ਚ ਉਹ ਰਹਿ ਕੇ ਦਿਸ਼ਾ ਨੇ ਦਿਸ਼ਾਹੀਣ ਸਰਕਾਰ ਨੂੰ ਇੱਕ ਨਵੀਂ ਦਿਸ਼ਾ ਦੇ ਦਿੱਤੀ ਜੀ। ਲੋਕਾਂ ਨੂੰ ਇਹ ਜਾਗਰੂਕ ਕਰ ਦਿੱਤਾ ਵੀ ਜੇ ਸਰਕਾਰਾਂ ਇਸ ਤਰੀਕੇ ਨਾਲ ਜ਼ਬਰ ਜਾਂ ਦਮਨ ਨਾਲ ਤੁਹਾਡੇ ਤੇ ਕੋਈ ਕੇਸ ਪਾਉਂਦੀਆਂ ਆ ਤਾਂ ਉਹਦੇ ਮੂਹਰੇ ਡਟ ਕੇ ਖੜੇ ਰਹਿਣਾ ਚਾਹੀਦਾ ਜੇ ਤੁਸੀਂ ਗਲਤ ਕੁਝ ਨਹੀਂ ਕੀਤਾ ਤਾਂ ਜੀ, ਔਰ ਕੀਤਾ ਵੀ ਕੁਝ ਨਹੀਂ ਸੀਗਾ। ਇਹਦੇ ਲਈ ਵਧਾਈ ਦੇ ਪਾਤਰ ਆ ਪਟਿਆਲਾ ਹਾਊਸ ਕੋਰਟ ਦੇ ਜੱਜ ਧਰਮਿੰਦਰ ਰਾਣਾ ਜੀ, ਜਿਨ੍ਹਾਂ ਨੇ ਬੜੇ ਬੇਬਾਕ ਟਿੱਪਣੀ ਕੱਲ੍ਹ ਜ਼ਮਾਨਤ ਵੇਲੇ ਵੀ, ਇਸ ਤੋਂ ਪਹਿਲਾਂ ਜਦੋਂ 3 ਘੰਟੇ ਬਹਿਸ ਚੱਲੀ ਆ ਉਦੋਂ ਵੀ ਉਹਨਾਂ ਨੇ ਦਿੱਲੀ ਪੁਲਿਸ ਨੂੰ ਲਾਜਵਾਬ ਕਰਤਾ ਸੀਗਾ। ਉਹਨਾਂ ਨੇ ਕਿਹਾ ਵੀ ਤੁਸੀਂ ਮੈਨੂੰ ਇਹ ਦੱਸੋ ਵੀ 26 ਜਨਵਰੀ ਦੀ ਘਟਨਾ ਨਾਲ ਦਿਸ਼ਾ ਰਵੀ ਦਾ ਕੋਈ ਸੰਬੰਧ ਹੈ ਜੀ। ਦਿੱਲੀ ਪੁਲਿਸ ਕਹਿੰਦੀ ਜਾਂਚ ਜਾਰੀ ਹੈ। ਫਿਰ ਉਹਨਾਂ ਨੂੰ ਕਿਹਾ ਜੱਜ ਸਾਹਿਬ ਨੇ ਵੀ ਮੰਨ ਲਓ ਮੈਂ ਕਿਸੇ ਡਕੈਤ ਕੋਲੋਂ ਜਾ ਕੇ ਬਣ ਰਹੇ ਮੰਦਰ ਲਈ ਚੰਦਾ ਮੰਗਦਾ ਤਾਂ ਕੀ ਤੁਸੀਂ ਉਹਦੀ ਡਕੈਤੀ ਵਿੱਚ ਵੀ ਮੈਨੂੰ ਸ਼ਾਮਲ ਕਰੋਗੇ ਜੀ। ਦਿੱਲੀ ਪੁਲਿਸ ਲਾਜਵਾਬ। ਕਈ ਸਵਾਲਾਂ ਦੇ ਘੇਰਿਆ 3 ਘੰਟੇ ਬਹਿਸ ਦੇ ਵਿੱਚ ਵੀ ਉਹਨਾਂ ਨੂੰ ਕਿਹਾ ਵੀ ਤੁਹਾਡੇ ਕੋਲ ਕੋਈ ਸਬੂਤ ਪੁਖਤਾ ਹੈ, ਠੀਕ ਹੈ, ਨਹੀਂ ਮੈਂ ਅਗਲੀ ਤਰੀਕ 'ਚ ਜ਼ਮਾਨਤ ਦੇ ਦੇਣੀ ਆ ਜੀ। ਫਿਰ ਦਿੱਲੀ ਪੁਲਿਸ ਨੇ ਕੀ ਕਿਹਾ ਵੀ ਸਾਡੇ ਕੋਲ 2 ਹੋਰ ਮੁਲਜ਼ਮ ਫੜੇ ਆ, 2 ਹੋਰ ਮੁਲਜ਼ਮ ਫੜੇ ਨਹੀਂ ਸੌਰੀ ਸਾਡੇ ਕੋਲ ਪੇਸ਼ ਹੋ ਰਹੇ ਆ ਜਿਨ੍ਹਾਂ ਨੂੰ ਜ਼ਮਾਨਤ ਮਿਲੀ ਹੋਈ ਸੀ, ਟ੍ਰਾਂਜ਼ਿਟ ਜ਼ਮਾਨਤ, ਨਿਕਿਤਾ ਜੈਕਬ ਤੇ ਸ਼ਾਂਤਨੂ ਜੀ। ਵੀ ਉਹਨਾਂ ਨੂੰ ਆਮੋ ਸਾਹਮਣੇ ਬਿਠਾ ਕੇ ਅਸੀਂ ਗੱਲਬਾਤ ਇਹਨਾਂ ਦੀ ਸਾਰੇ ਤਰਤੀਬਵਾਰ ਦੇਖਣੀ ਆ, ਪੁੱਛਗਿੱਛ ਕਰਨੀ ਆ, ਇਸ ਕਰਕੇ ਸਾਨੂੰ 1 ਦਿਨ ਦਾ ਹੋਰ ਚਾਹੀਦਾ। 4 ਦਿਨ ਦਾ ਮੰਗਿਆ ਸੀ 1 ਦਿਨ ਦਾ ਰਿਮਾਂਡ ਜੱਜ ਨੇ ਦਿੱਤਾ ਤੇ 1 ਦਿਨ ਤੋਂ ਬਾਅਦ ਜਦੋਂ ਉਹਨਾਂ ਦੀ ਪੁੱਛਗਿੱਛ ਦੌਰਾਨ ਕੀ ਹੋਇਆ ਉਹਦੇ ਵਿੱਚ ਜਾ ਕੇ ਜੋ ਜੱਜ ਕੋਲ ਪੇਸ਼ ਕੀਤਾ, ਜੱਜ ਹੋਣੀ ਫਿਰ ਵੀ ਸਹਿਮਤ ਨਹੀਂ ਹੋਏ ਜੀ। ਉਹ ਕਹਿੰਦੇ ਵੀ ਸਰਕਾਰ ਦੀ ਵਿਰੋਧਤਾ ਕਰਨਾ, ਸਰਕਾਰ ਦੀ ਨੀਤੀਆਂ ਦੇ ਖਿਲਾਫਤ ਜਾਣਾ ਤੇ ਕਿੱਥੇ ਲਿਖਿਆ ਪਏ ਇਹ ਦੇਸ਼ ਧਰੋਹ ਆ ਜੀ। ਤੁਸੀਂ ਕਹਿੰਦੇ ਆਪਣੇ ਜਿਹੜੇ ਜ਼ਖਮ ਆਪ ਬਣਾਏ ਹੋ ਉਹਨਾਂ ਤੇ ਮਲਮ ਲਾਉਣ ਦੀ ਥਾਂ ਤੇ ਇੱਦਾਂ ਜਿਹੜੇ ਬੰਦੇ ਆਵਾਜ਼ ਉਠਾਲਦੇ ਆ ਉਹਨਾਂ ਨੂੰ ਚੱਕ ਕੇ ਦੇ ਜੇਲ੍ਹਾਂ 'ਚ ਡੱਕ ਦਿੰਦੇ ਆ, ਇਹ ਜਾਇਜ਼ ਨਹੀਂ ਹੈ, ਇਹ ਲੋਕਤੰਤਰ ਆ। ਉਹਨਾਂ ਨੇ ਰਿਗਵੇਦ ਦਾ ਹਵਾਲਾ ਵੀ ਦਿੱਤਾ ਵੀ ਰਿਗਵੇਦ ਦੇ ਸਮੇਂ ਦੇ ਸਾਡੀ ਸੱਭਿਅਤਾ ਜਿਹੜੀ ਆ 5000 ਸਾਲ ਪੁਰਾਣੀ ਆ, ਜਿਹਦੇ ਵਿੱਚ ਆਪਾਂ ਲੋਕਤੰਤਰ ਨੂੰ ਦੇਖਦੇ ਆ ਵੀ ਵਿਚਾਰ ਲੋਕਾਂ ਦੇ ਆਉਂਦੇ ਰਹਿਣੇ ਚਾਹੀਦੇ ਆ, ਉਹਨਾਂ ਵਿਚਾਰਾਂ ਤੇ ਕੋਈ ਨਾ ਕੋਈ ਕੰਮ ਹੋਣਾ ਚਾਹੀਦਾ ਆ। ਜੇ ਸਰਕਾਰ ਕੋਈ ਬਣ ਗਈ ਆ ਉਹ ਹਮੇਸ਼ਾ ਇਹ ਨਹੀਂ ਵੀ ਚੰਗੇ ਕੰਮ ਹੀ ਕਰੂਗੀ ਜਾਂ ਉਹਦੇ ਚੰਗੇ ਕੰਮਾਂ ਨੂੰ ਹਰ ਵੇਲੇ ਸਲਾਹਿਆ ਨਹੀਂ ਜਾ ਸਕਦਾ। ਇੱਦਾਂ ਦੀਆਂ ਇਹੋ ਜਿਹੀਆਂ ਟਿੱਪਣੀਆਂ ਕੀਤੀਆਂ ਵੀ ਦਿੱਲੀ ਪੁਲਿਸ ਇਹ ਸਾਬਤ ਨਹੀਂ ਕਰ ਸਕੀ ਵੀ ਇਹਦੇ ਵਿੱਚ ਕੋਈ ਦੇਸ਼ ਧਰੋਹ ਵਾਲੀ ਗੱਲ ਹੈ। ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਇਹਦਾ ਖਾਲਿਸਤਾਨੀ ਲਿੰਕ ਕੋਈ ਮਿਲਿਆ, ਕਹਿੰਦੇ ਨਹੀਂ। ਕਹਿੰਦੇ ਵੀ ਜੇ ਟੂਲ ਕਿਟ ਇੱਕ ਯੂਜ਼ ਕਰ ਦੇਣਾ ਜਾਂ ਉਹਨੂੰ ਸ਼ੇਅਰ ਕਰ ਦੇਣਾ ਤੇ ਉਹਦਾ ਕੀ ਬਣਿਆ, ਦੇਸ਼ ਧਰੋਹ ਕਿੱਥੋਂ ਬਣਦਾ। ਅਗਲੀ ਗੱਲ ਉਹ ਕਹਿੰਦੇ ਜਿਹੜੀ ਟੂਲ ਕਿਟ ਉਹਨੇ ਸ਼ੇਅਰ ਕੀਤੀ ਆ ਉਹਦੇ ਵਿੱਚ ਦਿਖਾਓ ਕਿੱਥੇ ਹਿੰਸਾ ਦੀ ਗੱਲ ਲਿਖੀ ਆ ਜੀ। ਉਹਦੇ 'ਚ ਗੱਲ ਲਿਖੀ ਆ ਵੀ ਵਿਦੇਸ਼ੀ ਜਿਹੜੇ ਆ ਭਾਰਤ ਦੇ ਵਿਦੇਸ਼ਾਂ ਦੇ ਵਿੱਚ ਦੂਤ ਘਰ ਆ ਉੱਥੇ ਪ੍ਰਦਰਸ਼ਨ ਕਰਨੇ ਆ, ਦੱਸੋ ਕਿਸੇ ਵੀ ਦੂਤ ਘਰ ਦੇ ਅੱਗੇ ਹਿੰਸਾ ਹੋਈ? ਇਹ ਸਵਾਲ ਜੱਜ ਸਾਹਿਬ ਨੇ ਪੁਲਿਸ ਨੂੰ ਬਾਰ-ਬਾਰ ਪੁੱਛੇ ਆ, ਕੋਈ ਜਵਾਬ ਨਹੀਂ ਆਇਆ। ਫਿਰ ਉਹਨਾਂ ਨੂੰ ਕਿਹਾ ਵੀ ਇਸ ਤਰੀਕੇ ਨਾਲ ਕਿਸੇ ਨੂੰ ਜ਼ਬਰਦਸਤੀ ਬਿਨਾਂ ਪੁੱਛੇ ਬਿਨਾਂ ਕਿਸੇ ਕਸੂਰ ਤੋਂ ਤੁਸੀਂ ਇਹੋ ਜਿਹਾ ਜੇਲ੍ਹਾਂ 'ਚ ਡੱਕਣਾ ਇਹ ਠੀਕ ਨਹੀਂ ਹੈ। ਲੋਕਤੰਤਰ ਦੇ ਵਿੱਚ ਹਰੇਕ ਨੂੰ ਬੋਲਣ ਦਾ, ਹਰੇਕ ਨੂੰ ਆਪਣੇ ਵਿਚਾਰ ਰੱਖਣ ਦਾ ਇਹ ਆਜ਼ਾਦੀ ਹੈ। ਔਰ ਇਹਦੇ ਨਾਲ ਇਸ ਦੀ ਪਹਿਲੀ ਸੁਣਵਾਈ ਦੇ ਵਿੱਚ ਦਿਸ਼ਾ ਰਵੀ ਨੂੰ ਵੀ ਇਹ ਕਹਿੰਦਿਆਂ ਸੁਣਿਆ ਗਿਆ ਸੀ, ਉਹਦੇ ਵਕੀਲ ਨੇ ਦੱਸਿਆ ਸੀ ਵੀ ਜੇ ਕਿਸਾਨਾਂ ਦਾ ਸਮਰਥਨ ਕਰਨਾ ਅਪਰਾਧ ਆ ਫਿਰ ਮੈਂ ਜੇਲ੍ਹ 'ਚ ਚੰਗੀ ਆ। ਬਿਲਕੁਲ, ਇਹ ਬਹੁਤ ਵੱਡੀ ਗੱਲ ਆ। ਮੈਂ ਤਾਂ ਹੀ ਕਿਹਾ ਵੀ ਦਿਸ਼ਾ ਰਵੀ ਨੇ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਆ ਤੇ ਦਿਸ਼ਾਹੀਣ ਸਰਕਾਰ ਨੂੰ ਵੀ ਨਵੀਂ ਦਿਸ਼ਾ ਦਿੱਤੀ ਆ ਜੀ। ਪਰ ਹੁਣ ਗੱਲ ਤਾਂ ਇਹ ਹੈ ਨਾ ਕਿ ਕੀ ਸਰਕਾਰ
ਸਰਕਾਰ ਦੇਸ਼ ਧਰੋਈਆਂ ਤੋਂ ਦਿਸ਼ਾ ਲੈ ਕੇ ਉਸ ਕਦਮ ਪਾਸੇ ਚੱਲੂਗੀ ਕਿ ਨਹੀਂ ਚੱਲੂਗੀ? ਦੇਖੋ, ਇਸ ਕੇਸ ਦਾ ਜਿਹੜਾ ਮਾਮਲਾ ਆ ਹੋਰਨਾਂ ਤੇ ਵੀ ਉਠੂਗਾ। ਬਿਲਕੁਲ। ਇਸ ਜੱਜ ਸਾਹਿਬ ਦੇ ਇਸ ਕੇਸ ਦੇ ਵਿੱਚ ਕੀਤੀਆਂ ਟਿੱਪਣੀਆਂ ਜਿਹੜੀਆਂ ਉਹ ਹੋਰਨਾਂ ਜਿਹੜੀਆਂ ਬੰਦੇ ਫੜੇ ਹੋਏ ਆ, ਜਿਹਦੇ ਵਿੱਚ ਕਈਆਂ ਦੀਆਂ ਤਸਵੀਰਾਂ ਇਦਾਂ ਜਾਰੀ ਕੀਤੀਆਂ ਜਿਹੜੀ 26 ਵਾਲੇ ਦਿਨ ਹੈ ਵੀ ਨਹੀਂ ਸੀ ਉੱਥੇ। ਬਿਲਕੁਲ। ਜੇ ਉੱਥੇ ਸੀਗੇ ਵੀ ਤੇ ਉਹ ਉਧਰ ਲਾਲ ਕਿਲੇ ਵੱਲ ਨਹੀਂ ਸੀਗੇ। ਉਹਨਾਂ ਦੀਆਂ ਤਸਵੀਰਾਂ ਵੀ ਜਿਹੜੀਆਂ ਪੁਲਿਸ ਨੇ ਜਾਰੀ ਕੀਤੀਆਂ ਜਾਂ ਉਹਨਾਂ ਤੇ ਨੋਟਿਸ ਜਾਰੀ ਹੋ ਰਹੇ ਆ, ਛਾਪੇਮਾਰੀ ਹੋ ਰਹੀ ਆ, ਗ੍ਰਿਫਤਾਰੀਆਂ ਹੋ ਰਹੀਆਂ। ਉਹਨਾਂ ਕੇਸਾਂ ਦੇ ਵਿੱਚ ਵੀ ਇਸ ਟਿੱਪਣੀਆਂ ਨੂੰ ਯੂਜ਼ ਕੀਤਾ ਜਾ ਸਕਦਾ, ਇਹਦਾ ਹਵਾਲਾ ਦਿੱਤਾ ਜਾ ਸਕਦਾ ਹੈ। ਪਰ ਜਦੋਂ ਦਿੱਲੀ ਪੁਲਿਸ ਨੇ ਇਸ 22 ਸਾਲ ਦੀ ਕੁੜੀ ਨੂੰ ਬੰਗਲੌਰ ਤੋਂ ਫੜਿਆ ਸੀਗਾ, ਗੱਲ ਉਦੋਂ ਤੋਂ ਹੀ ਉੱਠਣ ਲੱਗ ਪਈ ਸੀ ਕਿ ਦਿੱਲੀ ਪੁਲਿਸ ਜਿਹੜੀ ਅਦਾਲਤ 'ਚ ਇਹਨੂੰ ਸਬੂਤ ਜਾਂ ਸਾਬਤ ਕਿਵੇਂ ਕਰੇਗੀ ਜੀ, ਕਿਉਂਕਿ ਉਹਨਾਂ ਕੋਲ ਸਬੂਤ ਇਹੋ ਜਿਹਾ ਹੈ ਨਹੀਂ। ਇੱਕ ਟੂਲ ਕਿਟ ਤੇ ਆਧਾਰ ਤੇ ਕਿਸੇ ਨੂੰ ਚੱਕ ਕੇ ਅੰਦਰ ਦੇ ਦੇਣਾ ਜਾਂ ਫੜ ਲੈਣਾ ਪਏ ਨੇ ਟੂਲ ਕਿਟ ਬਣਾਈ ਆ। ਟੂਲ ਕਿਟ 'ਚ ਹੈ ਕੁਛ ਨਹੀਂ, ਪਹਿਲੇ ਦਿਨ ਤੋਂ ਹੀ ਆਪਾਂ ਦੇਖ ਰਹੇ ਹਾਂ, ਹੁਣ ਵੀ ਉੱਥੇ ਪਈ ਆ। ਜੇ ਉਹਦੇ ਵਿੱਚ ਕੋਈ ਇਹੋ ਜਿਹਾ ਹੁੰਦਾ ਹਿੰਸਕ ਵਾਲਾ ਤਾਂ ਮੈਨੂੰ ਲੱਗਦਾ ਗ੍ਰੇਟਾ ਥਨਬਰਗ ਨੇ ਉਹਨੂੰ ਡਿਲੀਟ ਕਰ ਦੇਣਾ ਸੀਗਾ ਜੀ। ਤੇ ਜੇ ਪਹਿਲਾਂ ਡਿਲੀਟ ਕੀਤਾ ਤੇ ਉਹਨੂੰ ਦੁਬਾਰਾ ਪਾ ਵੀ ਦਿੱਤਾ ਵੀ ਭਾਈ ਇਹ ਅਪਡੇਟਡ ਆ, ਹੁਣ ਇਹਨੂੰ ਪੜ੍ਹਿਆ ਜਾਵੇ, ਪਹਿਲਾਂ ਨਹੀਂ ਪਾਇਆ ਜਾਵੇ। ਉਹ ਤਾਂ ਟੂਲ ਕਿਟ ਆਪਾਂ ਦੇਖਿਆ ਜਾਵੇ ਤਾਂ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਦੇ ਜਿੰਨੇ ਮਹਿਕਮੇ ਆ ਉਹਨਾਂ ਦੀਆਂ ਆਨਲਾਈਨ ਪੋਰਟਲ ਜਿਹੜੇ ਬਣੇ ਆ ਉਹਨਾਂ ਦੇ ਸਾਰਿਆਂ ਦੇ ਵਿੱਚ ਟੂਲ ਕਿਟ ਪਾਈਆਂ। ਉਹ ਆਪਣੇ ਮਹਿਕਮੇ ਦੀ 1-2 ਲਾਈਨਾਂ ਪਾ ਕੇ ਦੱਸ ਦਿੰਦੇ ਵੀ ਸਾਡਾ ਮਹਿਕਮੇ ਦੀ ਆਹ ਕਾਰਗੁਜ਼ਾਰੀ ਆ, ਇੱਥੇ ਆਹ ਕੁਝ ਹੋ ਸਕਦਾ, ਇੱਥੇ ਆਹ ਕਰਨਾ ਚਾਹੀਦਾ। ਇਹ ਤੋਂ ਗਾਂ ਲਿਖ ਦਿੰਦੇ ਵੀ ਬਾਕੀ ਆਹ ਟੂਲ ਕਿਟ ਪੜ੍ਹੋ ਜੀ। ਤਾਂ ਕੀ ਉਹ ਟੂਲ ਕਿਟ ਜਿਹੜੇ ਉੱਥੇ ਪਏ ਆ ਉਹ ਵੀ ਫਿਰ ਦੇਸ਼ ਧਰੋਹ ਹੋ ਗਏ। ਤੁਹਾਡੇ ਆਪਣੇ ਮਹਿਕਮੇ ਸਾਰਾ ਕੁਝ ਟੂਲ ਕਿਟ ਵਰਤਦੇ ਆ। ਪ੍ਰਧਾਨ ਮੰਤਰੀ ਨੇ ਕਈ ਵਾਰੀ ਕਿਸਾਨ ਯੋਜਨਾਵਾਂ ਸ਼ੁਰੂ ਕਰਨ ਵੇਲੇ, ਕਿਸਾਨ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਨਾਉਣ ਵੇਲੇ, ਇਹਦਾ ਪ੍ਰਚਾਰ ਪ੍ਰਸਾਰ ਕਰਨ ਵੇਲੇ ਵੀ ਕਿਹਾ ਸੀਗਾ ਵੀ ਬਾਕੀ ਚੀਜ਼ ਜਿਹੜੀ ਆ ਮਹਿਕਮੇ ਦੇ ਟੂਲ ਕਿਟ 'ਚ ਪਈ ਆ ਜੀ। ਟੂਲ ਕਿਟ ਨੂੰ ਇੰਨਾ ਮਸ਼ਹੂਰ ਕਰ ਦਿੱਤਾ, ਮੈਨੂੰ ਲੱਗਦਾ ਜਿਹੜੇ ਲੋਕ ਆ ਉਹ ਗੱਡੀਆਂ 'ਚ ਰੱਖੀ ਟੂਲ ਕਿਟ ਭੁੱਲ ਗਏ ਹੋਣੇ ਆ। ਉਹਨੂੰ ਯਾਦ ਉਹੀ ਆਉਂਦਾ, ਅੱਛਾ ਉਹ ਟਵਿੱਟਰ ਵਾਲੀ ਟੂਲ ਕਿਟ, ਯਾਰ ਉਹ ਤਾਂ ਡਰੇ ਲੱਗਦਾ ਜੀ। ਬਿਲਕੁਲ ਸ਼ੇਰਗਿੱਲ ਸਾਹਿਬ, ਇਹਦੇ 'ਚੋਂ ਜੋ ਨਜ਼ਰ ਆਉਂਦਾ, ਜੋ ਝਲਕ ਪੈਂਦੀ ਆ ਕਿ ਉਹ ਸਰਕਾਰ ਦੀ ਜਿਹੜੀ ਨੀਤੀ ਆ ਉਹ ਸਿਰਫ ਔਰ ਸਿਰਫ ਇਸ ਅੰਦੋਲਨ ਨੂੰ ਸੱਜੇ ਖੱਬੇ ਕਰਨ ਦੀ ਸੀ, ਟਰੈਕ ਤੋਂ ਲਾਉਣ ਦੀ ਸੀ। ਪਰ ਉਸ ਸਾਰੇ ਦੇ ਵਿੱਚ ਸਰਕਾਰ ਕਾਮਯਾਬ ਨਹੀਂ ਹੋਈ। ਤੇ ਤੁਹਾਡੀ ਇਹ ਗੱਲ ਜਿਹੜੀ ਆ ਉਹ ਹੋਰ ਵੀ ਜ਼ਿਆਦਾ ਅਹਿਮ ਹੈ ਕਿ ਇਸ ਜਿਹੜਾ ਕੇਸ ਦਾ ਫੈਸਲਾ ਆ ਉਹ ਇਸੇ ਹੀ ਤਰੀਕੇ ਦੇ ਜਾਂ 26 ਜਨਵਰੀ ਨਾਲ ਰਿਲੇਟਡ ਜਿਹੜੇ ਬਾਕੀ ਕੇਸ ਨੇ ਉਹਨਾਂ ਦੇ ਉੱਤੇ ਵੀ ਪਵੇਗਾ। ਬਿਲਕੁਲ ਹਵਾਲਾ ਇਹਦਾ ਦਿੱਤਾ ਜਾਊਗਾ ਕਿਉਂਕਿ ਇਹਦੇ ਵਿੱਚ ਕਿਤੇ ਵੀ ਕੋਈ ਸਬੂਤ ਸਾਬਤ ਨਹੀਂ ਹੋ ਰਿਹਾ ਵੀ ਫਲਾਣਾ ਬੰਦਾ ਇਹਦੇ ਹਿੰਸਾ ਵਿੱਚ ਸ਼ਾਮਲ ਸੀ ਜਾਂ ਨਹੀਂ ਸ਼ਾਮਲ ਸੀਗਾ। ਇੱਕ ਮਹਿਜ ਤਸਵੀਰਾਂ ਦੇ ਹਿਸਾਬ ਨਾਲ, ਟਵਿੱਟਰ ਤੇ ਟਵੀਟ ਕਰਨ ਦੇ ਹਿਸਾਬ ਨਾਲ, ਇਹੋ ਜਿਹੀਆਂ ਟੂਲ ਕਿੱਟਾਂ ਸ਼ੇਅਰ ਕਰਨ ਦੇ ਹਿਸਾਬ ਨਾਲ ਜੱਜ ਸਾਹਿਬ ਨੇ ਸਾਫ਼ ਕਿਹਾ ਵੀ ਤੁਸੀਂ ਇਹਦੇ ਬਿਨਾਂ ਤੇ ਕਿਸੇ ਨੂੰ ਚੱਕ ਕੇ ਜੇਲ੍ਹ 'ਚ ਨਹੀਂ ਡੱਕ ਸਕਦੇ। ਪਰ ਉਸ ਲੜਕੀ ਤੇ ਕੀ ਬੀਤੀ ਹੋਊਗੀ ਜਿਹੜੀ 9 ਦਿਨ ਦਿਹਾੜ ਜੇਲ੍ਹ ਦੇ ਵਿੱਚ ਰਹਿ ਕੇ ਆਈ ਆ ਜੀ। ਇਹ ਸਾਡੇ ਕਾਨੂੰਨ ਦੀ ਕਹਿ ਲਈਏ ਜਾਂ ਨਿਆਇਕ ਸਿਸਟਮ ਦੀ ਕਹਿ ਲਈਏ ਇੱਕ ਕਮਜ਼ੋਰੀ ਆ ਕਿ ਸਾਨੂੰ ਜਿਹੜਾ ਆ ਸਭ ਤੋਂ ਪਹਿਲਾਂ ਤੇ ਚੱਕ ਕੇ ਅੰਦਰ ਦੇ ਦਿੱਤਾ ਜਾਂਦਾ ਤੇ ਉਹਦਾ ਫੈਸਲਾ ਜਿਹੜਾ ਉਹ ਬਾਅਦ ਚ ਹੁੰਦਾ, ਜਦ ਕਿ ਹੋਣਾ ਇਹ ਚਾਹੀਦਾ ਕਿ ਪਹਿਲਾਂ ਇਨਕੁਆਇਰ ਕਰ ਲਿਆ ਜਾਵੇ ਰਾਦਰ ਦਿਨ ਬਾਅਦ ਵਿੱਚ ਕੀਤਾ ਜਾਵੇ। ਸਹੀ ਗੱਲ। ਮਿਲਦੇ ਹਾਂ ਜੀ ਇਸੇ ਪ੍ਰੋਗਰਾਮ ਵਿੱਚ ਇੱਕ ਬ੍ਰੇਕ ਤੋਂ ਬਾਅਦ ਤੇ ਕਰਦੇ ਹਾਂ ਕੋਈ ਹੋਰ ਗੱਲਾਂ। ਵਾਪਸ ਮੁੜਦੇ ਹਾਂ ਜੀ ਪ੍ਰੋਗਰਾਮ ਵਿਚਾਰ ਚਰਚਾ ਵਿੱਚ ਇੱਕ ਬ੍ਰੇਕ ਤੋਂ ਬਾਅਦ। ਸ਼ੇਰਗਿੱਲ ਸਾਹਿਬ, ਅਸੀਂ ਗੱਲ ਕੀਤੀ ਦਿਸ਼ਾ ਰਵੀ ਦੇ ਕੇਸ ਦੀ ਤੇ ਲੱਖੇ ਸਿਧਾਣੇ ਦੀ, ਤੇ ਕੱਲ ਜਿੱਥੇ ਸਾਡਾ ਇਹ ਪ੍ਰਦਰਸ਼ਨ ਵਿਰੋਧ ਸ਼ੁਰੂ ਤੋਂ ਲੱਗਿਆ ਹੋਇਆ ਦਿੱਲੀ, ਤੇ ਬੜੇ ਦਿਨਾਂ ਬਾਅਦ ਉੱਥੇ ਕੱਲ ਇੱਕ ਪ੍ਰੋਗਰਾਮ ਦਾ ਉਲੀਕਿਆ ਗਿਆ, ਪਗੜੀ ਸੰਭਾਲ ਜੱਟਾ। ਉਹਦੇ 'ਚ ਕੱਲ ਕੀ ਕੁਝ ਹੋਇਆ ਤੇ ਅਗਲੀ ਰਣਨੀਤੀ ਬਾਰੇ ਵੀ ਕੁਝ ਵਿਚਾਰ ਚਰਚਾ ਹੋਈ। ਮੈਂ ਤੁਹਾਡੀ ਇੱਕ ਗ੍ਰਿਫਤਾਰੀਆਂ ਵਾਲੀ ਗੱਲ ਦੇ ਵਿੱਚ ਦੱਸਣਾ ਚਾਹੂੰਗਾ ਕਿ 26 ਜਨਵਰੀ ਦੀ ਜਿਹੜੀ ਘਟਨਾ ਨੂੰ ਆਪਾਂ ਬਾਰ-ਬਾਰ ਕਹਿੰਦੇ ਆ ਨਾ ਵੀ ਉਹ ਬਹੁਤ ਵੱਡੀ ਗਲਤੀ ਹੋ ਗਈ ਸੀ। ਵਾਕਿਆ ਹੀ ਉਹ ਇਸ ਅੰਦੋਲਨ ਨੂੰ ਲੀਹੋ ਲਾਉਣ ਵਾਲੀ ਸਾਬਤ ਹੋਈ ਸੀਗੀ। ਬਿਲਕੁਲ। ਦੁਬਾਰਾ ਉੱਠ ਖੜਿਆ, ਜੋਸ਼ ਭਰ ਗਿਆ, ਅੰਦੋਲਨ ਭਖਦਾ ਪਿਆ ਪੂਰਾ। ਪਰ ਉਸ ਇੱਕ ਦਿਨ ਦੇ ਘਟਨਾਕ੍ਰਮ ਨੇ ਕਿਸਾਨ ਅੰਦੋਲਨ ਨੂੰ ਐਸੀ ਢਾਹ ਲਾਈ ਵੀ ਹੁਣ ਕਿਸਾਨਾਂ ਦਾ ਜ਼ੋਰ ਜਿਹੜਾ ਆ ਉਹ ਕਾਨੂੰਨ ਵਾਪਸੀ ਵੱਲ ਨੂੰ ਘੱਟ, ਫੜੇ ਹੋਏ ਬੇਕਸੂਰ ਨੌਜਵਾਨ ਕਿਸਾਨਾਂ ਨੂੰ ਰਿਹਾ ਕਰਨ ਵੱਲ ਜ਼ਿਆਦਾ ਲੱਗਾ ਹੋਇਆ। ਬਿਲਕੁਲ। ਕਿਉਂਕਿ ਉਹਨਾਂ ਦੀ ਹੁਣ ਤਰਜੀਹ ਇਹ ਰਹਿ ਗਈ ਵੀ ਉਹਨਾਂ ਨੂੰ ਰਿਹਾ ਪਹਿਲਾਂ ਕਰਾਉਣਾ, ਔਰ ਕਰਾਉਣਾ ਵੀ ਪੈਣਾ ਚਾਹੀਦਾ ਵੀ ਆ। ਬੇਸ਼ੱਕ ਪਹਿਲਾਂ ਸ਼ੁਰੂ ਤੇ ਤਾਂ ਕਾਲੀ 'ਚ ਉਹ ਕਰ ਗਏ ਸੀਗੇ ਵੀ ਨਹੀਂ ਜੀ ਸਾਡੇ ਨਾਲ ਜੀ ਉਹ ਵੱਖਰੇ ਚੱਲ ਗਏ ਸੀਗੇ, ਐ ਨਹੀਂ ਸੀਗੇ। ਪਰ ਉਹਨਾਂ ਨੂੰ ਇਹ ਅਹਿਸਾਸ ਬਾਅਦ ਵਿੱਚ ਹੋਇਆ ਵੀ ਸੱਦੇ ਤਾਂ ਤੁਹਾਡੇ ਤੇ ਆਏ ਸੀਗੇ ਜੀ, ਕਿਸੇ ਹੋਰ ਨੇ ਤਾਂ ਬੁਲਾਇਆ ਨਹੀਂ ਸੀਗਾ। ਸੰਯੁਕਤ ਮੋਰਚੇ ਨੇ ਸੱਦਾ ਦਿੱਤਾ ਸੀਗਾ ਵੀ ਆਪਾਂ 26 ਨੂੰ ਟਰੈਕਟਰ ਮਾਰਚ ਕੱਢਣਾ, ਤੇ ਜੇ ਉਸ ਵੇਲੇ ਕੋਈ ਟਰੈਕ ਉਹਨੂੰ ਲੈ ਕੇ ਇੱਧਰ ਚਲੇ ਗਿਆ, ਚਾਹੇ ਉਹ ਪੁਲਿਸ ਦੀ ਸਾਜ਼ਿਸ਼ ਸੀਗੀ, ਚਾਹੇ ਉਹ ਕਿਸੇ ਸਰਕਾਰ ਦੀ ਸਾਜ਼ਿਸ਼ ਸੀਗੀ, ਕਿਸੇ ਵੀ ਤਰ੍ਹਾਂ ਦੀ ਉਸ ਦੇ ਸ਼ਿਕਾਰ ਹੋ ਗਏ। ਕਈਆਂ ਨੂੰ ਤਾਂ ਉਹ ਦਿੱਲੀ ਦੀਆਂ ਸੜਕਾਂ ਦਾ ਵੀ ਨਹੀਂ ਸੀ ਪਤਾ, ਤਾਂ ਫਿਰ ਵੀ ਆਉਣ ਨੂੰ ਨਿਕਲ ਗਏ ਤੇ ਉਹ ਜਾਣਬੁੱਝ ਕੇ ਮੁੜਿਆ ਗਿਆ। ਮੈਂ ਬੂਟਾ ਸਿੰਘ ਸ਼ਾਦੀਪੁਰ ਉਹਨਾਂ ਨੂੰ ਸੁਣਦਾ ਸੀ, ਕਿਸਾਨ ਆਗੂਆਂ ਨੂੰ ਬੋਲਦਿਆਂ ਨੂੰ, ਉਹ ਕਹਿੰਦੇ ਆ ਵੀ ਉੱਥੇ ਬੰਦੇ ਇਹੋ ਜਿਹੇ ਖੜੇ ਸੀ, ਜਾਂ ਤਾਂ ਏਜੰਸੀਆਂ ਦੇ ਹੋਣਗੇ ਜਾਂ ਪੁਲਿਸ ਵਾਲੇ ਹੋਣਗੇ, ਉਹ ਬਦੋ ਬਦੀ ਸਾਡੀ ਟਰੈਕ ਨੂੰ ਇੱਧਰ ਮੋੜ ਰਹੇ ਸੀ, ਨਹੀਂ ਬਈ ਐਨੂੰ ਜਾਣਾ, ਦਿੱਲੀ ਐਨੂੰ ਜਾਣਾ। ਉਹ ਕਹਿੰਦੇ ਸਾਡੀ ਗੱਡੀ ਨੂੰ ਵੀ ਕਿਹਾ ਵੀ ਤੁਸੀਂ ਐਨੂੰ ਜਾਣਾ, ਇਹ ਕਹਿੰਦੇ ਸਾਡਾ ਰੂਟ ਇਹੀ ਆ, ਅਸੀਂ ਇੱਧਰ ਹੀ ਜਾਣਾ।
ਠੀਕ ਹੈ, ਨੌਜਵਾਨ ਵਰਗ ਜਿਹੜਾ ਆ ਉਹਨਾਂ ਨੂੰ ਉਹ ਵਰਗ ਲਾ ਕੇ ਕਹਿ ਲਓ ਸਾਜ਼ਿਸ਼ ਤਹਿਤ ਪਲੈਨਿੰਗ ਤਹਿਤ ਲੈ ਗਏ, ਪਰ ਉਹਦਾ ਖਮਿਆਜਾ ਇਹ ਹੋਇਆ ਕਿ ਅੱਜ ਅਸੀਂ ਜਿਹੜਾ ਮੇਨ ਮਕਸਦ ਜਿਹੜਾ ਆ ਉਹ ਥੋੜ੍ਹਾ ਜਿਹਾ ਕਿਸੇ ਤਰ੍ਹਾਂ ਡਾਈਵਰਟ ਹੋ ਗਿਆ ਜੀ। ਆਪਣਾ ਹੁਣ ਮਕਸਦ ਪੂਰੀ ਤਰ੍ਹਾਂ ਦੇਖੋ ਕਾਨੂੰਨੀ ਸੈੱਲ ਬਣਾਉਣਾ ਪਿਆ, ਵਕੀਲਾਂ ਦੇ ਪੈਨਲ ਬਣਾਉਣੇ ਪਏ, ਟੀਮ ਬਣਾਉਣੀ ਪਈ, ਉਹ ਵਕੀਲਾਂ ਨੂੰ ਕੇਸ ਲੜਨੇ ਪਏ, ਤਿਆਰ ਕਰਨਾ ਪਿਆ, ਕਈ ਕੁਛ ਉਹਦੇ ਵਿੱਚ ਨਵੀਆਂ ਚੀਜ਼ਾਂ ਕਰਨੀਆਂ ਪਈਆਂ। ਨਹੀਂ ਤਾਂ ਜੇ ਇਹੋ ਜਿਹਾ ਘਟਨਾਕ੍ਰਮ ਨਾ ਵਾਪਰਦਾ ਤੇ ਆਪਣੀ ਲੀਹ ਤੇ ਉਹ ਪਹਿਲਾ ਟਰੈਕ ਚੜਿਆ ਹੋਇਆ ਸੀਗਾ, ਉਸੇ ਤੇ ਆਪਣਾ ਕੇਂਦਰਿਤ ਰਹਿਣਾ ਸੀ, ਉਸੇ ਤੇ ਜ਼ੋਰ ਦੇਣਾ ਸੀਗਾ ਔਰ ਸਰਕਾਰ ਤੇ ਦਬਾਅ ਹੋਰ ਵੱਧ ਜਾਣਾ ਸੀ। ਬਿਲਕੁਲ, ਕਿਤੇ ਨਾ ਕਿਤੇ એનર્ਜੀ ਜਿਹੜੀ ਆ ਹੋਰ ਪਾਸੇ ਹੋਰ ਪਾਸੇ ਹੋ ਰਹੀ ਆ, ਹੁਣ ਵੀ ਹੋ ਰਹੀ ਆ, ਕਿਉਂਕਿ ਆਏ ਦਿਨ ਆਪਾਂ ਦੇਖਦੇ ਆ ਇਹਦੇ ਵਿੱਚ ਦਿੱਲੀ ਕਮੇਟੀ ਵਾਲਿਆਂ ਦਾ ਵੀ ਅਹਿਮ ਰੋਲ ਆ, ਪਲੱਸ ਪੰਜਾਬ ਸਰਕਾਰ ਨੇ ਵੀ 60-70 ਵਕੀਲਾਂ ਦਾ ਪੈਨਲ ਬਣਾਇਆ ਹੋਇਆ ਇਹਨਾਂ ਦੇ ਕੇਸ ਲੜਨ ਲਈ, ਤੇ ਕਿਸਾਨ ਮੋਰਚੇ ਦਾ ਤਾਂ ਫਿਰ ਪੈਨਲ ਹੈਗਾ ਹੀ ਆ। ਉਹ ਸਾਰੇ ਹੁਣ ਇੱਧਰ ਨੂੰ ਜ਼ੋਰ ਲੱਗਾ ਹੋਇਆ, ਤਾਂ ਪਹਿਲੇ ਜਿਹੜੇ ਅੰਦਰ ਡੱਕੇ ਆ ਉਹਨਾਂ ਨੂੰ ਕਢਾਓ, ਜਿਹੜੇ ਲਾਪਤਾ ਆ ਉਹਨਾਂ ਦਾ ਪਤਾ ਕਰਾਓ, ਕਿਉਂਕਿ ਪਰਿਵਾਰ ਵਾਲੇ ਵੀ ਚਿੰਤਤ ਆ ਨਾ, ਜਿਹੜੇ ਹੁਣ ਉਦੋਂ ਗਏ ਸੀ ਉਹਨਾਂ ਨੇ, ਪਰਿਵਾਰ ਵਾਲਿਆਂ ਨੇ ਤਾਂ ਇਹਨਾਂ ਨੂੰ ਪੁੱਛਣਾ ਜੀ। ਉਹ ਤਾਂ ਕਿਸਾਨ ਆਊਗਾ ਉਹਨੂੰ ਪੁੱਛਣਗੇ, ਨਾ ਤਾਂ ਉਹਨਾਂ ਨੇ ਕਿਸੇ ਨਾਲ ਹੋਰ ਨਾਲ ਮਤਲਬ ਹੈ, ਕਿਉਂਕਿ ਇਹਨਾਂ ਦੇ ਕਹੇ ਗਏ ਸੀਗੇ। ਉਹ ਵੀ ਵਾਰ-ਵਾਰ ਇਹਨਾਂ ਨੂੰ ਕਹਿ ਰਹੇ ਹੋਣੇ ਵੀ ਸਾਡੇ ਬੰਦੇ ਕਿੱਥੇ ਲੱਭ ਕੇ ਦਿਓ, ਜਿਹਨਾਂ ਨੂੰ ਨਹੀਂ ਲੱਭਦੇ ਜੀ। ਅਗਲੀ ਗੱਲ ਜਿਹੜੀ ਤੁਸੀਂ ਕਹਿ ਰਹੇ ਸੀਗੇ ਵੀ ਕੱਲ੍ਹ ਉੱਥੇ ਜਿਹੜਾ ਪਗੜੀ ਸੰਭਾਲ ਜੱਟਾ ਦਿਵਸ ਮਨਾਇਆ, ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦਾ ਜਨਮ ਦਿਨ, ਉਹਨੂੰ ਇੱਕ ਸਵੈ-ਮਾਣ ਦੇ ਰੂਪ ਵਿੱਚ ਉੱਥੇ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਆਗੂਆਂ ਨੇ ਮਨਾਇਆ ਜੀ। ਉਹਦੇ ਵਿੱਚ ਸਾਰੇ ਸ਼ਹੀਦ ਭਗਤ ਸਿੰਘ ਦਾ ਸਾਰਾ ਪਰਿਵਾਰ ਉੱਥੇ ਆਇਆ ਹੋਇਆ ਸੀਗਾ, ਭਤੀਜਾ ਸੀ, ਭਤੀਜੀ ਸੀ, ਦੋਹਤੀ ਸੀ, ਹੋਰ ਕਈ ਜਣੇ ਪਰਿਵਾਰਕ ਮੈਂਬਰ ਉੱਥੇ ਆਏ ਸੀ। ਬਕਾਇਦਾ ਉਹਨਾਂ ਦਾ ਸਨਮਾਨ ਵੀ ਕੀਤਾ, ਰੰਗ ਬਰੰਗੀਆਂ ਪੱਗਾਂ ਵੀ ਰਵਾਇਤੀ ਤੌਰ ਤੇ ਬੰਨੀਆਂ ਹੋਈਆਂ ਸੀ। ਸਾਰੇ ਕਿਸਾਨ ਆਗੂਆਂ ਨੇ ਉਹ ਆਪਣੇ ਆਪ ਨੂੰ ਇੱਕ ਦਰਸਾਇਆ ਸੀਗਾ ਤੇ ਅਸੀਂ ਉਸੇ ਪਗੜੀ ਸੰਭਾਲ ਲਹਿਰ ਦੇ ਵਾਰਸ ਹਾਂ ਜਿਹੜੀ ਕਿ 1906 ਦੇ ਵਿੱਚ ਅੰਗਰੇਜ਼ੀ ਸਾਮਰਾਜ ਦੇ ਖਿਲਾਫ ਲੜਨ ਲਈ ਉੱਠੀ ਸੀਗੀ ਔਰ ਉਹ ਕਾਮਯਾਬ ਵੀ ਹੋਈ ਸੀਗੀ। ਜੇ ਉਹ 9 ਮਹੀਨੇ ਚੱਲੀ ਸੀ ਤਾਂ ਮੈਨੂੰ ਲੱਗਦਾ ਕੇਂਦਰ ਸਰਕਾਰ ਇਹ ਨਵਾਂ ਰਿਕਾਰਡ ਬਣਾਉਣ ਵੱਲ ਤੁਰੀ ਆ, ਤੇ ਉਹ 9 ਮਹੀਨੇ ਦਾ ਰਿਕਾਰਡ ਟੁੱਟ ਜਾਵੇ ਫੇਰ ਹੀ ਅਸੀਂ ਮੰਨਾਂਗੇ। ਹੋ ਸਕਦਾ 9 ਮਹੀਨੇ ਤੋਂ ਵੱਧ ਵੀ ਜਾਵੇ, ਕਿਉਂਕਿ ਉਹ 9 ਮਹੀਨੇ ਬਾਅਦ ਤਾਂ ਅੰਗਰੇਜ਼ ਸਾਮਰਾਜ ਦੀ ਸਰਕਾਰ ਜਿਹੜੀ ਆ ਉਹ ਝੁਕ ਗਈ ਸੀ, ਤਾਂ ਕਿਸਾਨ ਉਹਨਾਂ ਨੂੰ ਕਾਨੂੰਨ ਵਾਪਸ ਲੈਣੇ ਪਏ ਸੀਗੇ। ਇਹਦੇ 'ਚ ਇੱਕ ਹੋਰ ਵੱਡੀ ਗੱਲ ਇਹ ਆਈ ਆ ਕਿ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਹੁਣਾਂ ਨੇ ਕੱਲ੍ਹ ਐਲਾਨ ਕਰਤਾ ਵੀ 23 ਮਾਰਚ ਨੂੰ ਜਿਹੜਾ ਆ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਆ, ਜਦੋਂ ਉਹਨੂੰ ਫਾਂਸੀ ਦਿੱਤੀ ਗਈ ਸੀਗੀ। ਉਸ ਦਿਨ ਤੱਕ ਜੇ ਕੇਂਦਰ ਸਰਕਾਰ ਇਹ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ, ਜੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ, ਤਾਂ ਮੈਂ ਮਰਨ ਵਰਤ ਤੇ ਬੈਠ ਜਾਵਾਂਗਾ। ਇਹ ਵੀ ਇੱਕ ਕਹਿ ਲਓ ਦੇਸ਼ ਦੀ ਅਣਹੋਣੀ ਸਾਬਤ ਹੋਊਗੀ ਵੀ ਜਿਸ ਬੰਦੇ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀ ਦਿੱਤੀ, ਉਹਨੇ ਕਦੇ ਸੋਚਿਆ ਵੀ ਨਹੀਂ ਹੋਣਾ ਵੀ ਗਾਂਹ ਜਾ ਕੇ ਉਹਦਾ ਪਰਿਵਾਰ ਉਸੇ ਦੇਸ਼ ਵਿੱਚ ਆਪਣੇ ਹੱਕੀ ਮੰਗਾਂ ਲਈ ਇਸ ਤਰ੍ਹਾਂ ਨਾਲ ਉਹਨੂੰ ਮਰਨ ਵਰਤੇ ਬੈਠਣਾ ਪਵੇਗਾ। ਹੋ ਸਕਦਾ ਸਰਕਾਰ ਤੱਕ ਇਹ ਆਵਾਜ਼ ਜਾਵੇ, ਕਿਉਂਕਿ ਦੇਸ਼ ਭਗਤ ਜਿਹੜੇ ਉਹ ਜ਼ਿਆਦਾ ਆਮ ਤੌਰ ਤੇ ਜ਼ਿਆਦਾ ਦੱਸਦੇ ਆ ਵੀ ਅਸੀਂ ਦੇਸ਼ ਭਗਤ ਜ਼ਿਆਦੇ ਆ। ਸੋ ਦੇਸ਼ ਭਗਤ ਦੀ ਹੀ ਆਵਾਜ਼ ਗਈ ਆ ਹੁਣ, ਤੇ ਦੇਸ਼ ਭਗਤ ਦੀ ਆਵਾਜ਼ ਹੁਣ ਸਰਕਾਰ ਤੱਕ ਕਿੰਨੀ ਕੁ ਪਹੁੰਚਦੀ ਆ ਜਾਂ ਉਹਨੂੰ ਕਿਸ ਤਰੀਕੇ ਨਾਲ ਲੈਂਦੇ ਆ, ਇਹ ਸਰਕਾਰ ਤੇ ਡਿਪੈਂਡ ਕਰਦਾ। ਹੋ ਸਕਦਾ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਇਸ ਦੇਸ਼ ਭਗਤ ਦੀ ਆਵਾਜ਼ ਜ਼ਿਆਦਾ ਸੁਣੇ, ਕਿਉਂਕਿ ਉਹ ਆਪਣੇ ਆਪ 'ਚ ਦੇਸ਼ ਭਗਤ ਜ਼ਿਆਦਾ ਸਮਝਦੇ ਆ ਜੀ। ਸ਼ੇਰਗਿੱਲ ਸਾਹਿਬ, ਤੇ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਕੱਲ੍ਹ ਦਿਨ ਮਨਾਇਆ ਗਿਆ, ਉਹਦੇ ਵਿੱਚ ਕੁਝ ਅਗਲੀਆਂ ਰਣਨੀਤੀ ਦੀਆਂ ਵੀ ਗੱਲਾਂ ਹੋਈਆਂ? ਬਿਲਕੁਲ ਜੀ, ਉਹਦੇ ਵਿੱਚ ਹੁਣ 26 ਤੇ 27 ਨੂੰ ਰੱਖਿਆ। ਇੱਕ ਤਾਂ ਗੁਰੂ ਰਵਿਦਾਸ ਜਯੰਤੀ ਮਨਾਉਣੀ ਆ ਜੀ, ਦੂਸਰਾ ਉਹਨਾਂ ਨੇ ਜਬਰ ਵਿਰੋਧੀ ਦਿਵਸ ਮਨਾਉਣਾ ਆ। ਇਹ ਦੋਨਾਂ ਦਿਨਾਂ ਦੇ ਵਿੱਚ 26 ਤੇ 27 ਨੂੰ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਆ। ਜੋਗਿੰਦਰ ਸਿੰਘ ਉਗਰਾਹਾਂ ਉਹਨਾਂ ਨੇ ਵੀ ਅਪੀਲ ਕੀਤੀ ਆ, ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਵੀ ਅਪੀਲ ਕੀਤੀ ਆ, ਤੇ ਲੱਖਾ ਸਿਧਾਣੇ ਨੇ ਵੀ ਬੀਤੇ ਦਿਨ ਜਿਹੜੀ ਰੈਲੀ ਹੋਈ 'ਚ ਅਪੀਲ ਕਰਕੇ ਗਏ ਵੀ 26 ਔਰ 27 ਨੂੰ ਵੱਡੀ ਗਿਣਤੀ 'ਚ ਦਿੱਲੀ ਦੇ ਬਾਰਡਰਾਂ 'ਤੇ ਪਹੁੰਚਿਆ ਜਾਵੇ। ਜਿਨ੍ਹਾਂ ਨੂੰ ਲੱਗਦਾ ਆ ਵੀ ਗਿਣਤੀ ਘਟ ਗਈ ਆ, ਉਹ ਹੁਣ ਗਿਣਤੀ ਵਧਾ ਕੇ ਦੱਸੀ ਜਾਵੇ, ਕਿਉਂਕਿ ਮੀਡੀਆ ਜਿਹੜਾ ਸਰਕਾਰ ਪੱਖੀ ਆ ਉਹ ਜਦੋਂ ਤੋਂ ਬਹੁਤ ਗਿਣਤੀ 'ਚ ਸੀਗੇ ਤੇ ਉਹ ਦਿਖਾਲਿਆ ਨਹੀਂ ਸੀ। ਹੁਣ ਵਾਰ-ਵਾਰ ਉਹਦੇ 'ਤੇ ਪਿੰਚ ਕਰ ਰਿਹਾ ਵੀ ਦੇਖੋ ਜੀ ਕਿਸਾਨ ਘਟ ਗਏ ਆ, ਇਹ ਵਾਪਸ ਚਲੇ ਗਏ ਆ, ਗਿਣਤੀ ਘਟ ਗਈ ਆ। ਸੋ ਟਕੈਤ ਸਾਹਿਬ ਨੇ ਤਾਂ ਸਾਫ਼ ਕਹਿ ਦਿੱਤਾ ਸੀਗਾ ਵੀ ਗਿਣਤੀਆਂ ਦੇ ਹਿਸਾਬ ਨਾਲ ਨਹੀਂ ਅੰਦੋਲਨ ਜਿੱਤੇ ਜਾਂਦੇ ਆ, ਅੰਦੋਲਨ ਚੱਲਦੇ ਰਹਿੰਦੇ ਹੁੰਦੇ ਆ। ਅੰਦੋਲਨ ਜਿਹੜਾ ਲੰਬਾ ਚੱਲ ਜਾਵੇ ਉਹਦੇ ਵਿੱਚ ਉੱਚੇ ਨੀਵੇਂ ਪੜਾਅ ਵੀ ਆਉਂਦੇ ਰਹਿੰਦੇ ਆ ਜੀ। 26 ਜਨਵਰੀ ਦਾ ਪੜਾਅ ਵੀ ਉਹਦੇ ਵਿੱਚ ਇੱਕ ਹਿੱਸਾ ਸੀਗਾ, ਜਿਹੜਾ ਕਿ ਲੰਘ ਗਿਆ, ਸੌਖੇ ਰਹਿ ਗਏ, ਕੁਦਰਤ ਦੀ ਮਿਹਰ ਹੋ ਗਈ। ਉਹ ਜਿਹੜੀ ਪਲੈਨਿੰਗ ਸੀ, ਸਾਜ਼ਿਸ਼ ਸੀ, ਜਿਹੜੀ ਕਿਸੇ ਤਰ੍ਹਾਂ ਦੇ ਤੋੜ ਭੰਨ ਦੀ ਜਾਂ ਕੋਈ ਵਿਘਟਨਕਾਰੀ ਦੀ ਜੋ ਐਸੀ ਤਰੀਕੇ ਨਾਲ ਕੀਤੀ ਗਈ ਸੀ, ਉਹਦੇ ਤੋਂ ਬਚਾ ਰਹਿ ਗਿਆ। ਇਹ ਬਹੁਤ ਵੱਡੀ ਕੁਦਰਤ ਦੀ ਮਿਹਰ ਹੋਈ ਆ ਜੀ। ਸ਼ੇਰਗਿੱਲ ਸਾਹਿਬ, ਜੇ ਆਪਾਂ ਅਗਲੇ ਵਿਚਾਰ ਦੀ ਗੱਲ ਕਰੀਏ, ਗੁਜਰਾਤ ਦੇ ਵਿੱਚ ਕੱਲ੍ਹ ਰਿਜ਼ਲਟ ਆਏ ਆ ਸਥਾਨਕ ਚੋਣਾਂ ਦੇ। ਪੰਜਾਬ ਦੇ ਸਾਰੇ ਰਿਜ਼ਲਟ ਜਿਹੜੇ ਸੋ ਕਾਂਗਰਸ ਪੱਖੀ ਸੀ ਜੀ, ਤੇ ਗੁਜਰਾਤ ਦੇ ਜਿਹੜੇ ਲੋਕਲ ਚੋਣਾਂ ਦੇ ਰਿਜ਼ਲਟ ਸੀ ਉਹ ਕਿਵੇਂ ਦੇ ਰਹੇ ਜੀ? ਦੇਖੋ, ਗੁਜਰਾਤ ਵਿੱਚ ਸਰਕਾਰ ਹੈਗੀ ਭਾਜਪਾ ਦੀ ਜੀ, ਲੰਬੇ ਸਮੇਂ ਤੋਂ ਪੁਰਾਣੀ ਚੱਲੀ ਆਉਣ ਡਈ ਆ। ਉਸ ਦੇ ਨਾਲ ਤੁਲਨਾ 'ਚ ਦੇਖੀਏ ਪੰਜਾਬ 'ਚ ਸਰਕਾਰ ਕਾਂਗਰਸ ਦੀ ਆ ਜੀ। ਦੋਹਾਂ ਸਰਕਾਰਾਂ ਦੀ, ਦੋਹਾਂ ਸੂਬਿਆਂ 'ਚ ਦੋਵਾਂ ਸਰਕਾਰਾਂ ਦੀਆਂ ਆਪਣੀਆਂ ਹੀ ਪਾਰਟੀਆਂ ਜਿੱਤੀਆਂ। ਪੰਜਾਬ 'ਚ ਕਾਂਗਰਸ ਜਿੱਤੀ ਪੂਰੀ ਤਰ੍ਹਾਂ, ਤੇ ਬੀਜੇਪੀ ਉੱਥੇ ਗੁਜਰਾਤ ਵਿੱਚ ਜਿੱਤ ਗਈ ਹੈ। ਇਹ 'ਚ ਕੋਈ ਸ਼ੱਕ ਨਹੀਂ, ਸੱਤਾਧਾਰੀ ਪਾਰਟੀ ਦਾ ਜ਼ੋਰ ਹੁੰਦਾ ਆ, ਉਹ ਡੰਡੇ ਨਾਲ ਵੀ
ਕਰ ਲੈਂਦੀਆਂ। ਤੇ ਇਹਦੇ 'ਚ ਮੈਂ ਬਾਰ-ਬਾਰ ਇਹ ਕਹਿੰਦਾ ਹੁੰਦਾ ਵੀ ਇੰਨਾ ਪੈਸਾ ਝੋਕਣ ਦੀ ਬਜਾਏ, ਲੋਕਾਂ ਨੂੰ ਲੜਾਉਣ ਦੀ ਬਜਾਏ, ਇੰਨਾ ਤਾਮ ਝਾਮ ਕਰਨ ਦੀ ਬਜਾਏ ਜਿਹੜੀ ਸਰਕਾਰ ਆ ਉਹਨੂੰ ਫੜਾਤੀਆਂ ਜਾਣਾ, ਫੜ ਬਈ ਤੇਰੀਆਂ ਨਿਗਮਾਂ, ਤੇਰੀਆਂ ਕੌਂਸਲਾਂ, ਤੇਰੀਆਂ ਪੰਚਾਇਤਾਂ, ਜਦੋਂ ਸਾਡੀ ਵਾਰੀ ਆਊਗੀ ਅਸੀਂ ਬਣ ਜਾਾਂਗੇ। ਤੇ ਕੀ ਲੋੜ ਆ? ਤੇ ਇਹੋ ਜਿਹੇ ਝਮੇਲਿਆਂ ਦੇ ਵਿੱਚ ਆਪਸੀ ਰੰਜਿਸ਼ਾਂ ਤੋਂ ਬਚ ਸਕਾਂਗੇ। ਪਰ ਉੱਥੇ ਇਹੋ ਜਿਹਾ ਕੰਮ ਹੁੰਦਾ ਨਹੀਂ। ਲੋਕਤੰਤਰ ਆ ਸ਼ਾਇਦ, ਇਸ ਕਰਕੇ ਇਹਨਾਂ ਨੂੰ ਚੱਲਦਾ ਰੱਖਣਾ ਚਾਹੀਦਾ। ਵੋਟਾਂ ਦਾ ਅਧਿਕਾਰ ਵੀ ਲੋਕਾਂ ਨੂੰ ਮਿਲਣਾ ਚਾਹੀਦਾ। ਤੇ ਉੱਥੇ 6 ਨਿਗਮਾਂ ਦੇ ਵਿੱਚ ਤਾਂ ਭਾਜਪਾ ਦੀ ਪੂਰੀ ਤਰ੍ਹਾਂ ਜਿੱਤ ਹੋਈ ਆ। 576 ਸੀਟਾਂ ਸੀਗੀਆਂ, ਜਿਹਦੇ ਚੋਂ 499 ਬੀਜੇਪੀ ਲੈ ਗਈ ਆ। ਪਰ ਉਹਦੇ ਨਾਲ ਵੱਡੀ ਗੱਲ ਇਹ ਹੋਈ ਆ ਵੀ ਕਾਂਗਰਸ ਜਿਹੜੀ ਆ ਹੋਰ ਮਨਫੀ ਹੋ ਗਈ। ਜਿੱਥੇ ਉਹ 2016 ਦੇ ਵਿੱਚ 176 ਸੀਟਾਂ ਜਿੱਤੀ ਸੀਗੀ, ਉਹ ਐਤਕੀ ਸਿਮਟ ਕੇ 55 ਤੇ ਰਹਿ ਗਈ। ਨਵੀਂ ਐਂਟਰੀ ਜਿਹੜੀ ਉੱਥੇ ਹੋਈ ਆ ਉਹ ਆਮ ਆਦਮੀ ਪਾਰਟੀ ਦੀ ਹੋਈ ਆ। ਉਹ ਇੱਕ ਨਿਗਮ ਆ ਸੂਰਤ, ਜਿੱਥੇ ਉਹਨੇ ਕਾਂਗਰਸ ਨੂੰ ਵੀ ਪਛਾੜ ਦਿੱਤਾ, ਭਾਵ ਕਿ ਉਹ ਭਾਜਪਾ ਤੋਂ ਦੂਜੇ ਨੰਬਰ ਤੇ ਆ ਗਈ ਆ, ਜਿੱਥੇ ਉਹਨੇ 27 ਸੀਟਾਂ ਜਿੱਤੀਆਂ। ਔਰ ਉਹਨੇ ਉੱਥੇ ਆਪਣੀ ਹੋਂਦ ਨੂੰ ਦਰਸਾਇਆ। ਦੇਖੋ, ਆਮ ਆਦਮੀ ਪਾਰਟੀ ਪੰਜਾਬ ਔਰ ਦਿੱਲੀ ਤੋਂ ਸਿਵਾਏ ਮੈਨੂੰ ਲੱਗਦਾ ਕੋਈ ਇਹਨੂੰ ਘੱਟੇ ਪਛਾਣਦਾ ਕਿਸੇ ਹੋਰ ਸੂਬੇ 'ਚ। ਪਰ ਜੇ ਉਹ ਭਾਜਪਾ ਦੇ ਗੜ੍ਹ ਜਾ ਕੇ, ਪ੍ਰਧਾਨ ਮੰਤਰੀ ਦੇ ਆਪਣੇ ਗ੍ਰਹਿ ਸੂਬੇ 'ਚ ਜਾ ਕੇ ਇਸ ਤਰ੍ਹਾਂ ਦੀ ਐਂਟਰੀ ਮਾਰਦੀ ਆ, ਤਾਂ ਕਿਤੇ ਨਾ ਕਿਤੇ ਉੱਥੋਂ ਦੇ ਲੋਕਾਂ ਦੀ ਵੀ ਰਿਜ਼ੈਂਟਮੈਂਟ ਦਿਸਦੀ ਆ ਪਏ ਉਹ ਸਰਕਾਰ ਦੇ ਪ੍ਰਤੀ ਉਹਨਾਂ ਦੇ ਵਿੱਚ ਕਿਸੇ ਗੁੱਸਾ ਹੈਗਾ ਆ। ਸੂਰਤ ਵਿੱਚ ਉਹਨਾਂ ਦੀ 27 ਸੀਟਾਂ ਜਿੱਤਣ ਨਾਲ ਉੱਥੇ ਉਹਨਾਂ ਨੂੰ ਇਹ ਹੋ ਗਿਆ ਵੀ ਅਸੀਂ ਦੂਜੀ ਪਾਰਟੀ ਬਣ ਗਏ ਹਾਂ, ਸਭ ਤੋਂ ਵੱਡੀ ਮੁੱਖ ਵਿਰੋਧੀ ਧਿਰ ਹੋਊਗੀ ਉਸ ਨਿਗਮ ਦੇ ਵਿੱਚ। ਪਲੱਸ ਕੇਜਰੀਵਾਲ ਨੇ ਜਿਹੜਾ ਉਸਦੇ ਨਾਲ ਹੀ ਇੱਕਦਮ ਐਲਾਨ ਕਰ ਦਿੱਤਾ ਵੀ ਦੇਖੋ ਹੁਣ ਜਿਹੜੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਗੁਜਰਾਤ 'ਚ ਕੇਵਲ ਤੇ ਕੇਵਲ ਭਾਜਪਾ ਤੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਹੋਵੇਗਾ। ਉਹਨੇ ਕਾਂਗਰਸ ਵਿੱਚੋਂ ਹੀ ਬਾਹਰ ਕੱਢਤੀ। ਉਹ ਵੈਸੇ ਤਾਂ ਹਾਸ਼ੀਏ ਤੇ ਗਈ ਹੋਈ ਆ, ਪਰ ਇਹ ਪਾਰਟੀਆਂ ਮੈਨੂੰ ਕਾਹਲੀ ਨਾਲ ਫਟਾਫਟ ਉਹਨੂੰ ਬਾਹਰ ਕੱਢਣ ਨੂੰ ਫਿਰਦੀਆਂ ਵੀ ਨਿਕਲ ਜਾਣ ਛੇਤੀ ਦੇਣੀ। ਸੋ ਉੱਥੇ ਹੁਣ ਇਸ ਦੀ ਜਿਹੜੀ ਐਂਟਰੀ ਆ ਇਹ ਬਹੁਤ ਮਾਇਨੇ ਰੱਖਦੀ ਆ। ਔਰ ਉਹ ਵੀ ਗੁਜਰਾਤ ਵਰਗੇ ਸੂਬੇ 'ਚ ਇਹਨਾਂ ਨੇ ਹੁਣ ਕੇਜਰੀਵਾਲ ਸਾਹਿਬ ਨੇ ਉੱਥੇ ਜਾਣਾ ਵੀ ਆ, ਧੰਨਵਾਦ ਕਰਨਾ, ਉੱਥੇ ਰੋਡ ਸ਼ੋਅ ਵੀ ਕਰਨਾ ਆ। ਉਹ 1-2 ਦਿਨਾਂ ਦੇ ਵਿੱਚ ਉਹਨਾਂ ਦੀ ਕੋਈ ਤਰੀਕ ਆਉਣ ਵਾਲੀ ਆ ਜਦੋਂ ਜਾਣਗੇ ਉੱਥੇ। ਮਹਾਪੰਚਾਇਤਾਂ ਕਿਸਾਨ ਹਿਤੈਸ਼ੀ ਦੇ ਬਣ ਕੇ ਕਰ ਰਹੇ ਆ, ਪਰ ਇਹਦਾ ਹੋਰ ਇਹ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਵੀ ਇਹਦਾ ਲਾਹਾ ਲੈ ਸਕਦੇ ਆ। ਅਗਲੀ ਗੱਲ, ਪ੍ਰਧਾਨ ਮੰਤਰੀ ਸਾਹਿਬ ਨੇ ਇਹਨਾਂ ਨਤੀਜਿਆਂ ਦੇ ਉੱਤੇ ਜੋ ਟਿੱਪਣੀ ਕੀਤੀ ਆ, ਉਹ ਕਹਿੰਦੇ ਵੀ ਦੇਖੋ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਲੋਕ ਵੋਟਾਂ ਪਾ ਰਹੇ ਆ। ਇਹ ਠੀਕ ਆ, ਗੁਜਰਾਤ 'ਚ ਤੁਹਾਡੀ ਸਰਕਾਰ, ਸੈਂਟਰ 'ਚ ਤੁਹਾਡੀ ਸਰਕਾਰ, ਪੰਜਾਬ 'ਚ ਤੁਸੀਂ ਹਾਰ ਗਏ, ਉਹਦੇ ਪ੍ਰਤੀ ਕਿਉਂ ਨਹੀਂ ਤੁਸੀਂ ਦੱਸਿਆ ਭਈ ਇੱਥੇ ਨੀਤੀਆਂ ਨਹੀਂ ਸੀ ਉਹ ਤੇ ਇੱਥੇ ਵਾਲੇ ਨੀਤੀਆਂ ਨੇ ਲੋਕਾਂ ਨੇ ਕਿਉਂ ਨਹੀਂ ਸਵੀਕਾਰਿਆ? ਪੰਜਾਬ ਦੇ ਵਿੱਚ ਜੇ ਭਾਜਪਾ ਨੂੰ ਨਕਾਰ ਦਿੱਤਾ ਤੇ ਉਹਦੇ ਤੇ ਪ੍ਰਤੀ ਵੀ ਇਹਨਾਂ ਦੇ ਰਿਐਕਸ਼ਨ ਹੋਣਾ ਚਾਹੀਦਾ ਸੀ ਵੀ ਅਸੀਂ ਹਾਰੇ ਤਾਂ ਹਾਰੇ ਕਿਉਂ ਆ। ਉਹਦੇ ਬਾਰੇ ਗੱਲ ਨਹੀਂ ਕਰਨੀ, ਜਿੱਤ ਬਾਰੇ ਜ਼ਰੂਰੀ। ਦੇਖੋ ਰਾਤ ਅਮਿਤ ਸ਼ਾਹ ਹੁਣੇ ਵੀ ਉੱਥੇ ਪਹੁੰਚ ਗਏ, ਮੂੰਹ ਮਿੱਠਾ ਕਰਾਇਆ ਰੂਪਾਣੀ ਸਾਹਿਬ ਦਾ, ਮੁੱਖ ਮੰਤਰੀ ਹੋਣਾ ਦਾ, ਤੇ ਜਿੱਤ ਦਾ ਜਸ਼ਨ ਮਨਾਇਆ। ਅਗਲਾ ਨਿਸ਼ਾਨਾ ਇਹਨਾਂ ਦਾ ਪੱਛਮੀ ਬੰਗਾਲ ਹੈਗਾ ਆ, ਉਹਦੇ ਵਿੱਚ ਉਹਨਾਂ ਦਾ ਐਲਾਨ ਹੋਣ ਵਾਲਾ ਆ, ਜਿੱਥੇ ਕਿ ਇਸ ਵੇਲੇ ਪੂਰੀ ਤਰ੍ਹਾਂ ਜਿਹਨੂੰ ਕਹੀਏ ਸਿਆਸਤ ਦੇ ਨਾਲ ਨਾਲ ਏਜੰਸੀਆਂ ਦੀ ਜਿਹੜੀ ਉਹ ਦਖਲ ਅੰਦਾਜ਼ੀ ਆ ਜਾਂ ਏਜੰਸੀਆਂ ਦੀ ਜਿਹੜੀ ਵਰਤੋਂ ਆ ਉਹ ਵੀ ਪੂਰੀ ਜ਼ੋਰ 'ਤੇ ਚੱਲਣ ਡਈ ਆ। ਆਮ ਕਰਕੇ ਆਪਾਂ ਦੇਖਦੇ ਹਾਂ ਸਰਕਾਰਾਂ ਜਦੋਂ ਇਸ ਤਰੀਕੇ ਨਾਲ ਵਿਧਾਨ ਸਭਾ ਚੋਣਾਂ ਹੋਣ ਕਿਸੇ ਸੂਬੇ ਦੇ ਵਿੱਚ, ਤਾਂ ਏਜੰਸੀਆਂ ਦੀ ਦੁਰਵਰਤੋਂ ਪਹਿਲੇ ਸਮੇਂ ਤੋਂ ਕਾਂਗਰਸ ਵੇਲੇ ਵੀ ਹੁੰਦੀ ਆਈ ਆ, ਹੁਣ ਵੀ ਹੋ ਰਹੀ ਆ। ਤੇ ਮੈਨੂੰ ਲੱਗਦਾ ਵੀ ਇਹੋ ਜਿਹਾ ਕੰਮ ਰੁਝਾਨ ਜਿਹੜਾ ਛੇਤੀ ਕਿਤੇ ਠੱਲਣ ਵਾਲਾ ਨਹੀਂ। ਪਰ ਇਹ ਨਵੀਂ ਪਿਰਤ ਜਿਹੜੀ ਆ ਕਾਂਗਰਸ ਨੂੰ, ਇਹਨੂੰ ਤੋੜਨੀ ਚਾਹੀਦੀ ਸੀ ਭਾਜਪਾ ਸਰਕਾਰ ਨੂੰ, ਇਹਨੇ ਉਹਨੂੰ ਜਾਰੀ ਰੱਖਿਆ। ਆਉਣ ਵਾਲੀ ਸਰਕਾਰ ਨੂੰ ਇਹ ਨਵੀਂ ਪਿਰਤ ਪਾ ਕੇ ਜਾਣਗੇ। ਇੱਦਾਂ ਦੇ ਜਿੰਨੇ ਵੀ ਸਾਡੇ ਰਾਜਨੀਤਿਕ ਦਲ ਆ, ਇਹਨਾਂ ਦਾ ਜਿਹੜਾ ਮੁੱਖ ਨਿਸ਼ਾਨਾ ਆ ਉਹ ਰਾਜਨੀਤੀ ਦੇ ਵਿੱਚ ਬਣੇ ਰਹਿਣ ਦਾ ਆ, ਤੇ ਸੱਤਾ ਦੇ ਉੱਤੇ ਕਾਬਜ਼ ਰਹਿਣ ਦਾ ਹੀ ਹੈ ਜੀ। ਬਿਲਕੁਲ ਕਰਦੇ ਆ ਜੀ ਕੁਝ ਹੋਰ ਵਿਚਾਰਾਂ ਤੇ ਚਰਚਾ ਇੱਕ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਤੁਹਾਡਾ ਸਭ ਦਾ ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਵਿਚਾਰ ਚਰਚਾ ਦੇ ਆਖਰੀ ਹਿੱਸੇ 'ਚ ਪਹੁੰਚ ਗਏ ਅਸੀਂ। ਸ਼ੇਰਗਿੱਲ ਸਾਹਿਬ, ਅਸੀਂ ਕਾਫੀ ਗੱਲਾਂ ਕੀਤੀਆਂ ਤੇ ਇੱਕ ਗੱਲ ਹੋਰ ਬੜੀ ਖੂਬਸੂਰਤ ਸਾਡੇ ਸਾਹਮਣੇ ਆਈ ਆ। ਦੇਸ਼ਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਅਸੀਂ ਪਤਾ ਨਹੀਂ ਲੱਗਦਾ ਕਿ ਕਦੋਂ ਲੜਦੇ ਹਾਂ ਤੇ ਕਦੋਂ ਅਸੀਂ ਸੁਲ੍ਹਾ ਕਰਦੇ ਹਾਂ। ਬਹੁਤ ਲੰਬੇ ਸਮੇਂ ਤੋਂ ਭਾਰਤ ਤੇ ਚੀਨ ਦੇ ਜਿਹੜੇ ਸਬੰਧ ਸੀ ਉਹ ਵਿਗੜੇ ਹੋਏ ਨਜ਼ਰ ਆਉਂਦੇ ਸੀ। ਜਦੋਂ ਤੋਂ ਹੀ ਇਹ ਸਰਕਾਰ ਸਾਡੀ ਭਾਰਤ ਦੇ ਵਿੱਚ ਬਣੀ ਆ ਤੇ ਅਸੀਂ ਆਲੇ ਦੁਆਲੇ ਜਿਹੜੇ ਸਾਡੇ ਸਬੰਧ ਆ ਉਹ ਕੁਝ ਡਾਵਾਡੋਲ ਜਿਹੇ ਨਜ਼ਰ ਆਏ ਆ। ਪਰ ਬੀਤੇ ਕੁਝ ਇੱਕ ਅੱਧਾ ਹਫ਼ਤਾ ਹੀ ਹੋਇਆ ਕਿ ਜਿਹੜੇ ਸਬੰਧ ਸੀ ਉਹ ਕੁਝ ਠੀਕ ਨਜ਼ਰ ਆਏ। ਤੇ ਹੁਣ ਇੱਕ ਨਵੀਂ ਖਬਰ ਇਹ ਆ ਕਿ ਭਾਰਤ ਤੇ ਚੀਨ ਦੇ ਵਪਾਰਕ ਸਬੰਧ ਜਿਹੜੇ ਉਹ ਬਹੁਤ ਵਧੀਆ ਬਣ ਗਏ। ਇਹ ਕੀ ਕਹਾਣੀ ਹੈ ਜੀ? ਦੇਖੋ, ਅੱਜ ਤੋਂ ਜੇ 8 ਮਹੀਨੇ ਪਹਿਲਾਂ ਗੱਲ ਕਰੀਏ ਤਾਂ ਜੂਨ ਦੇ ਵਿੱਚ ਜਦੋਂ ਗਲਵਾਨ ਘਾਟੀ 'ਚ ਚੀਨ ਦੇ ਨਾਲ ਝੜਪ ਹੋਈ ਸੀ, ਜਿਹਦੇ ਵਿੱਚ 20 ਜਵਾਨ ਜਿਹੜੇ ਦੇਸ਼ ਦੇ ਸ਼ਹੀਦ ਹੋ ਗਏ ਸੀਗੇ। ਚੀਨ ਦੇ ਵੀ ਮਾਰੇ ਗਏ ਸੀ 40 ਕੁ ਸੈਨਿਕ, ਦਾਅਵਾ ਤਾਂ ਕੀਤਾ ਗਿਆ ਸੀ, ਪਰ ਉਹਨੇ ਹਾਲੀ 40 ਤੋਂ ਘਟਾ ਕੇ 4 ਤੱਕ ਰਹਿ ਗਿਆ। ਉਹ 4 ਦਾ ਹੀ ਮੰਨਿਆ ਵੀ 4 ਮਰੇ ਆ। ਉਦੋਂ ਸਾਰੇ ਦੇਸ਼ ਵਿੱਚ ਜੋ ਇੱਕ ਲਹਿਰ ਚੱਲੀ ਸੀ, ਬਾਈਕਾਟ ਚਾਈਨੀਜ਼ ਪ੍ਰੋਡਕਟਸ, ਬਾਈਕਾਟ ਚਾਈਨਾ, ਇੰਨਾ ਕੁ ਟਰੈਂਡ ਕਰ ਗਿਆ ਸੀ ਹੈਸ਼ਟੈਗ ਲਾ ਕੇ ਵੀ ਉਹ ਸਮਝ ਲੱਗਦੀ ਸੀ ਪਹਿਲਾਂ ਵੀ ਹੁਣ ਚਾਈਨਾ ਤਾਂ ਗਿਆ ਹੀ ਸਮਝੋ। ਚੀਨੀ ਐਪਾਂ 'ਤੇ ਪਾਬੰਦੀ ਲਾਤੀ ਗਈ ਆ, ਹੌਲੀ ਹੌਲੀ 3-4 ਪੜਾਵਾਂ 'ਚ ਸਰਕਾਰ ਨੇ ਲਾਈ, ਇਕੱਠਿਆਂ ਉਹ ਵੀ ਨਹੀਂ ਲਾਈ।
ਉਸ ਤੋਂ ਬਾਅਦ ਇਹ ਲੱਗਾ ਪਿਆ ਹੁਣ ਚਾਈਨੀਜ਼ ਚੀਜ਼ ਕੋਈ ਮਿਲਣੀ ਨਹੀਂ ਇੱਥੇ। ਪਰ ਹੈਰਾਨੀ ਉਦੋਂ ਹੋਈ ਵੀ ਜਦੋਂ ਅੰਕੜੇ ਹੋਰ ਕੁਝ ਦੱਸਣ ਲੱਗੇ ਜੀ। ਅੰਕੜੇ ਹੋਏ ਆ ਵੀ ਜਿਹੜੇ ਅਪ੍ਰੈਲ ਤੋਂ ਨਵੰਬਰ ਤੱਕ ਦਾ ਜੇ ਆਪਾਂ ਦੇਖੀਏ 6 ਮਹੀਨਿਆਂ ਦਾ 2020 ਦੇ ਵਿੱਚ, ਤੇ ਜਿੰਨਾ ਕੋਈ ਸਮਾਨ ਭਾਰਤ ਨੇ ਬਾਹਰਲੇ ਦੇਸ਼ਾਂ ਤੋਂ ਮੰਗਵਾਇਆ ਉਹਦੇ ਵਿੱਚ 18% ਤਾਂ ਚੀਨ ਦਾ ਹੀ ਆ ਜੀ। ਦੇਖੋ ਕਿੰਨੀ ਹੈਰਾਨੀ ਵਾਲੀ ਗੱਲ ਆ ਵੀ ਸਰਹੱਦ ਦੇ ਉੱਤੇ ਦਾ ਟਕਰਾਅ ਵਾਲੀ ਗੱਲ ਚੱਲ ਰਹੀ ਆ, ਸੋਸ਼ਲ ਮੀਡੀਆ ਤੇ ਬਾਈਕਾਟ ਵਾਲੀ ਗੱਲ ਚੱਲ ਰਹੀ ਆ, ਤੇ ਇੱਧਰ ਸਰਕਾਰ ਹੁਣੀ ਜਿਹੜੇ ਆ ਉਹ ਕਾਰੋਬਾਰ ਵਧਾਉਣ ਵਾਲੇ ਪਾਸੇ ਚੱਲ ਪਏ ਆ। ਉਹ ਕੁੱਲ ਜਿਹੜਾ ਆ ਇਸ ਕਾਰੋਬਾਰ ਦੇ ਵਿੱਚ 3% ਦਾ ਵਾਧਾ ਹੋਇਆ ਸਮਾਂ ਪਿਛਲੇ ਸਮੇਂ ਨਾਲੋਂ ਜੀ। 2011-12 ਤੋਂ ਪਹਿਲਾਂ ਦੇਖੀਏ ਤੇ ਸਾਡਾ ਸਭ ਤੋਂ ਵੱਡਾ ਕਾਰੋਬਾਰ ਭਾਈਵਾਲ ਸੀ UAE, ਜਿਹੜਾ ਯੂਨਾਈਟਿਡ ਅਰਬ ਐਮੀਰਾਟਸ ਆ, ਜਿਹਨੂੰ ਆਪਾਂ ਗਲਫ ਕੰਟਰੀਆਂ ਕਹਿੰਦੇ ਖਾੜੀ ਦੇਸ਼ ਜੀ। ਉਸ ਤੋਂ ਬਾਅਦ 15, 16, 17 ਦੇ ਵਿੱਚ ਅਮਰੀਕਾ ਨਾਲ ਇਹੋ ਜਿਹਾ ਕਾਰੋਬਾਰ ਬਣ ਗਿਆ ਕਿ ਉਹ ਸਾਡਾ ਸਭ ਤੋਂ ਵੱਡਾ ਕਾਰੋਬਾਰੀ ਦੇਸ਼ ਪਹਿਲਾ ਬਣ ਗਿਆ ਅਮਰੀਕਾ। 2-3 ਸਾਲ ਉਹਦਾ ਦਬਦਬਾ ਰਿਹਾ, ਪਰ ਉਸ ਤੋਂ 18-19 ਦੇ ਵਿੱਚ 2018-19 ਦੇ ਵਿੱਚ ਚੀਨ ਨੇ ਇਹ ਜਗ੍ਹਾ ਲੈ ਲਈ। 19 ਤੋਂ ਬਾਅਦ ਇਹ ਜਿਹੜੀ ਗਿਰਾਵਟ ਆਉਣੀ ਸੀਗੀ ਸੁਭਾਵਕ ਵੀ ਚੀਨ ਨਾਲ ਜਿਹੜੇ ਸੰਬੰਧ ਉਹ ਸਹੀ ਨਹੀਂ ਸੀ ਚੱਲ ਰਹੇ ਸੀ, ਚਾਹੇ ਡੋਕਲਾਮ ਵਾਲੇ ਪਾਸੇ ਦੇਖ ਲਿਓ ਜੀ, ਸ਼ਿਲਾਂਗ ਵਾਲੇ ਪਾਸੇ, ਅਰੁਣਾਚਲ ਪ੍ਰਦੇਸ਼ ਵਾਲੇ ਪਾਸੇ, ਤੇ ਲਦਾਖ 'ਚ ਤਾਂ ਜੋ ਕੁਝ ਹੋਇਆ ਆਪਾਂ ਦੱਸੇ ਦਿੱਤਾ ਆ। ਉਹਨੂੰ ਲੱਗਦਾ ਸੀਗਾ ਵੀ ਚੀਨੀ ਪ੍ਰੋਡਕਟ ਬਿਲਕੁਲ ਹੀ ਬਾਈਕਾਟ ਕਰ ਦਾਂਗੇ ਤੇ ਇਹਦੇ ਕੋਈ ਮਿਲਣੇ ਨਹੀਂ ਹੈਗੇ, ਕਿਉਂਕਿ ਪ੍ਰਧਾਨ ਮੰਤਰੀ ਹੋਰਾਂ ਨੇ ਵੀ ਸਾਰਾ ਜ਼ੋਰ ਆਤਮ ਨਿਰਭਰ 'ਤੇ ਦਿੱਤਾ ਸੀਗਾ, ਵੋਕਲ ਫॉर ਲੋਕਲ ਦਾ ਹੀ ਨਾਅਰਾ ਦਿੱਤਾ ਹੋਇਆ ਸੀਗਾ। ਇਸ ਤੋਂ ਲੱਗਦਾ ਸੀ ਵੀ ਇਹੋ ਜਿਹਾ ਨਹੀਂ ਹੋਵੇਗਾ, ਪਰ ਜੋ ਹੁਣ ਮੀਡੀਆ ਰਿਪੋਰਟਾਂ ਆਈਆਂ ਇਹਦੇ 'ਚ ਇਹ ਦੱਸਦੀਆਂ ਵੀ ਚੀਨ ਇਸ ਵੇਲੇ ਫੇਰ ਭਾਰਤ ਨਾਲ ਕਾਰੋਬਾਰੀ ਸੰਬੰਧਾਂ ਵਿੱਚ ਪਹਿਲੇ ਨੰਬਰ 'ਤੇ ਆ ਗਿਆ। ਬੇਸ਼ੱਕ ਇੰਪੋਰਟ ਜ਼ਿਆਦਾ ਕਰਦੇ ਆ, ਐਕਸਪੋਰਟ ਘੱਟ ਹੋ ਰਿਹਾ ਜੀ। ਭਾਰਤ ਵੱਲੋਂ ਭੇਜਿਆ ਜਾਣ ਵਾਲਾ ਸਮਾਨ ਘੱਟ ਆ, ਮੰਗਾਉਣ ਵਾਲਾ ਜ਼ਿਆਦਾ ਆ। 3,99,000 ਕਰੋੜ ਦਾ ਕੋਈ ਕਾਰੋਬਾਰ ਦਾ ਪੂਰਾ ਇਹਨਾਂ ਦੇ ਵਿੱਚ 6-7 ਮਹੀਨਿਆਂ ਦੇ ਵਿੱਚ ਦੇਖਿਆ ਗਿਆ ਆ, ਉਹ 3% ਦਾ ਵਾਧਾ ਹੋਇਆ ਆ। ਇਹਦੇ ਨਾਲ ਇੱਕ ਹੋਰ ਗੱਲ ਦੱਸ ਦੇਵਾਂ ਕਿ ਅਨੁਰਾਗ ਠਾਕਰ ਹੁਣੀ ਆ ਜਿਹੜੇ ਕੇਂਦਰੀ ਮੰਤਰੀ ਆ, ਉਹਨਾਂ ਨੇ ਵੀ ਸੰਸਦ ਦੇ ਵਿੱਚ ਇਹ ਦੱਸਿਆ ਸੀਗਾ ਵੀ ਚੀਨ ਦੀਆਂ ਹਾਲੇ ਵੀ ਕੰਪਨੀਆਂ ਭਾਰਤ ਵਿੱਚ ਕਾਰੋਬਾਰ ਕਰ ਰਹੀਆਂ ਹਨ ਜੀ। ਸੋ ਇਹਦੇ ਵਿੱਚ ਜੇ ਆਪਾਂ ਕਾਰੋਬਾਰ ਪੱਖੋਂ ਦੇਖੀਏ ਤਾਂ ਸਰਕਾਰ ਹਾਲੇ ਵੀ ਚੀਨ ਦੇ ਨਾਲ ਕਾਰੋਬਾਰੀ ਸੰਬੰਧ ਸਹੀ ਆ। ਨਹੀਂ ਤਾਂ ਉਦੋਂ ਤਾਂ ਰੌਲਾ ਇਹ ਪਿਆ ਸੀਗਾ ਪਹਿਲਾਂ ਵੀ ਜਿੰਨੇ ਇਹਦੇ ਆਰਡਰ ਗਏ ਉਹ ਆ ਵਪਾਰੀਆਂ ਦੇ, ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ, ਉਹ ਰੱਦ ਕੀਤੇ ਜਾਣ ਤੇ ਇਹਨਾਂ ਸੰਬੰਧ ਬਿਲਕੁਲ ਹੀ ਤੋੜ ਲਿਆ ਜਾਵੇ। ਫਿਰ ਵਪਾਰੀ ਜਿਹੜੇ ਸੀਗੇ ਉਹ ਉਹਨਾਂ ਦਾ ਪੈਸਾ ਮਰਦਾ ਸੀਗਾ ਕਿਉਂਕਿ ਆਰਡਰ ਦੇ ਚੁੱਕੇ ਸੀ। ਉਹਨਾਂ ਨੇ ਵੀ ਪਹੁੰਚ ਕੀਤੀ ਗ੍ਰਹਿ ਮੰਤਰਾਲੇ ਤੱਕ, ਕਮਰਸ ਮਿਨਿਸਟਰੀ ਤੱਕ, ਸਾਰਿਆਂ ਤੱਕ ਵੀ ਹਾਲ ਦੀ ਘੜੀ ਇਹ ਰੁਕ ਜਾਓ, 6-7 ਮਹੀਨੇ ਸਾਡੇ ਆਰਡਰ ਪੂਰੇ ਹੋ ਲੈਣ ਦਿਓ, ਤਿਆਰ ਮਾਲ ਜਿਹੜਾ ਸਾਨੂੰ ਤਿਆਰ ਕਰਕੇ ਭੇਜ ਲੈਣ ਦਿਓ, ਕੱਚਾ ਮਾਲ ਜ਼ਿਆਦਾ ਆਉਂਦਾ ਉੱਥੋਂ, ਉਹਦੇ ਕਰਕੇ ਰੁਕ ਗਏ ਸੀਗੇ। ਪਰ ਆਹ ਜਿਹੜੇ ਅੰਕੜੇ ਜਿਹੜੇ ਹੋਰ ਬਿਆਨ ਦੱਸ ਰਹੇ ਆ, ਇਹਦੇ ਨਾਲ ਇਹ ਆ ਵੀ ਹੋ ਸਕਦਾ ਜਿੱਥੋਂ ਤੱਕ ਪੈਂਗੋਂਗ ਝੀਲ ਦੇ ਵਿੱਚ ਸੈਨਾਵਾਂ ਦੋਨੇ ਪਿੱਛੇ ਹਟ ਗਈਆਂ, ਉੱਥੋਂ ਕੁਝ ਸੁਖਾਵਾਂ ਰਾਹਤ ਵਾਲੀ ਗੱਲ ਮਿਲੀ ਆ, ਤੇ ਇੱਧਰ ਲੱਗਦਾ ਡੋਕਲਾਂ ਵਿੱਚ ਵੀ ਰਾਹਤ ਵਾਲੀ ਗੱਲ ਅੱਗੋਂ ਮਿਲੂਗੀ। ਗੱਲਬਾਤ ਚੱਲ ਰਹੀ ਆ, ਅਗਲੀਆਂ ਹੋਰ ਜਿਹੜੇ ਪੁਆਇੰਟਾਂ ਦੇ ਵਿੱਚੋਂ ਚੀਨੀ ਫੌਜ ਪਿੱਛੇ ਜਾਣ ਵਾਲੀ ਗੱਲ ਇਹ ਸਹਿਮਤੀ ਬਣਨ ਦੀ ਆਸਾਰ ਦਿਸ ਰਹੇ ਆ। ਤੇ ਲੱਗਦਾ ਵੀ ਜੇ ਉਧਰ ਇੱਦਾਂ ਦੇ ਕਾਰੋਬਾਰ ਦੇ ਵਿੱਚ ਸੰਬੰਧ ਅੱਛੇ ਬਣ ਰਹੇ ਆ ਤੇ ਫੌਜੀ ਪੱਖੋਂ ਵੀ ਸਾਡੇ ਜਿਹੜੇ ਸੰਬੰਧ ਚੰਗੇ ਬਣ, ਤਾਂ ਕਿ ਸਾਡੀ ਗੁਆਂਢ ਦੇ ਵਿੱਚ ਜਿਹੜੀ ਹੈ ਕਿ ਨਾ ਉਹ ਕੀ ਕਹਿੰਦੇ ਹੁੰਦੇ ਠੰਡੀ ਹਵਾ ਆਵੇ। ਇੱਕ ਪਾਸੋਂ ਤੇ ਆਵੇ, ਦੂਜੇ ਪਾਸੇ ਤਾਂ ਹਲੇ ਵਿਚਾਰਾ ਵਿਗੜਿਆ ਬੈਠਾ, ਤੇ ਇੱਕ ਪਾਸੋਂ ਠੰਡੀ ਹਵਾ ਆਵੇ, ਉਹੀ ਚੰਗੀ ਗੱਲ ਆ। ਗੁਆਂਢ ਚੰਗਾ ਹੀ ਚੰਗਾ ਹੁੰਦਾ, ਮਾੜਾ ਗੁਆਂਢ ਤਾਂ ਤੁਹਾਨੂੰ ਪਤਾ ਵੀ ਚੰਦਰਾ ਗੁਆਂਢ ਜਿਹਨੂੰ ਕਹਿ ਦਿੰਦੇ ਆ, ਉਹ ਗੱਲ ਆ। ਸੋ ਕਾਰੋਬਾਰ ਪੱਖੀ ਜਿਹੜੀ ਰਾਹਤ ਵਾਲੀ ਗੱਲ ਜ਼ਰੂਰ ਆ, ਪਰ ਇਹਨੂੰ ਆਪਾਂ ਦੂਜੇ ਪੱਖੋਂ ਦੇਖ ਕੇ ਤਾਂ ਸਰਹੱਦੀ ਪੱਖੋਂ ਵੀ ਸਾਨੂੰ ਰਾਹਤ ਵਾਲੀ ਗੱਲ ਮਿਲਣੀ ਚਾਹੀਦੀ ਆ। ਸ਼ੇਰਗਿੱਲ ਸਾਹਿਬ, ਮੈਂ ਕੱਲ ਹੀ ਕਿਤੇ ਪੜ੍ਹ ਰਿਹਾ ਸੀ, ਸਾਬਕਾ ਪ੍ਰਧਾਨ ਮੰਤਰੀ ਸੀ ਸਾਡੇ ਅਟਲ ਬਿਹਾਰੀ ਵਾਜਪੇਈ ਜੀ, ਉਹਨਾਂ ਦਾ ਇੱਕ ਸਟੇਟਮੈਂਟ ਸੀ ਕਿਸੇ ਟਾਈਮ ਦੀ ਦਿੱਤੀ ਹੋਈ ਅੰਤਰਰਾਸ਼ਟਰੀ ਸੰਬੰਧਾਂ ਨੂੰ ਲੈ ਕੇ ਕਿ ਅਸੀਂ ਆਪਣੇ ਦੋਸਤ ਤਾਂ ਬਦਲ ਸਕਦੇ ਹਾਂ ਪਰ ਗਵਾਂਢੀ ਨਹੀਂ ਬਦਲ ਸਕਦੇ। ਬਿਲਕੁਲ ਸਹੀ ਗੱਲ ਆ। ਠੀਕ ਗੱਲ ਆ ਕਿ ਉਹਨਾਂ ਨਾਲ ਸਾਡੇ ਗਵਾਂਢ ਦੇ ਵਿੱਚ ਸਾਡੀ ਚੰਗੀ ਬਣੀ ਹੋਣੀ ਚਾਹੀਦੀ ਹੈ ਤੇ ਸਾਡੇ ਸਬੰਧ ਵੀ ਚੰਗੇ ਹੋਣੇ ਚਾਹੀਦੇ ਆ, ਤੇ ਵਪਾਰਕ ਸਮਝੌਤੇ ਇੰਨੀ ਜਲਦੀ ਕੀਤੇ ਵੀ ਨਹੀਂ ਜਾ ਸਕਦੇ ਤੇ ਤੋੜੇ ਵੀ ਨਹੀਂ ਜਾ ਸਕਦੇ। ਕਾਰੋਬਾਰ ਕਰਨਾ ਬਣਦਾ ਵੀ ਹੈ, ਇਹਦੇ ਨਾਲ ਰੋਜ਼ਗਾਰ ਮਿਲਦਾ ਹੈ। ਇਹ ਨਹੀਂ ਵੀ ਉਹਦੇ ਦੇਸ਼ 'ਚ ਵੀ ਰੋਜ਼ਗਾਰ ਮਿਲਦਾ, ਸਾਡੇ ਵਾਲੇ ਦੇਸ਼ 'ਚ ਵੀ ਬਹੁਤ ਡਿਪੈਂਡੈਂਟ ਆਪਾਂ ਦੇਖਿਆ 2-3 ਸਾਲਾਂ 'ਚ ਚੀਨੀ ਪ੍ਰੋਡਕਟਾਂ ਤੇ ਵੀ ਡਿਪੈਂਡੈਂਟ ਹੋ ਗਏ ਸੀਗੇ, ਤੇ ਉਹਦੇ ਨਾਲ ਰੋਜ਼ਗਾਰ ਦੇ ਮੌਕੇ ਵੀ ਵੱਧਦੇ ਆ, ਲੋਕਾਂ ਨੂੰ ਕਾਰੋਬਾਰ ਦਾ ਵਧੀਆ ਮੌਕਾ ਮਿਲਦਾ ਆ, ਪੈਸਾ ਵੀ ਆਉਂਦਾ ਆ, ਇਹ 'ਚ ਕੋਈ ਸ਼ੱਕ ਨਹੀਂ ਹੈ। ਪਰ ਉਹਦੇ ਸੰਬੰਧ ਦੇ ਵਿੱਚ ਦੂਜੀ ਤਰੀਕੇ ਨਾਲ ਵੀ ਸਰਹੱਦਾਂ ਦੇ ਉੱਤੇ ਫੌਜੀ ਪੱਖੋਂ ਵੀ ਉਹਨੂੰ ਦੇਖਣਾ ਚਾਹੀਦਾ ਵੀ ਸਾਡੇ ਉੱਧਰ ਵੀ ਜਿਹੜੇ ਸੁਖਾਵੇਂ ਸੰਬੰਧ ਹੋਣ, ਫਿਰ ਹੀ ਇਹ ਕਾਰੋਬਾਰ ਦਾ ਪੱਖ ਜਿਹੜਾ ਲੋਕਾਂ ਨੂੰ ਰਾਹਤ ਵਾਲੀ ਗੱਲ ਮਿਲ ਸਕਦੀ ਹੈ। ਪਰ ਫਿਰ ਇਹਦੇ ਲਈ ਇੰਨਾ ਰੌਲਾ ਨਹੀਂ ਨਾ ਪਾਉਣਾ ਹੋਣਾ ਚਾਹੀਦਾ ਕਿ ਤੁਸੀਂ ਕਹਿ ਦਿਓ ਕਿ ਅਸੀਂ ਚੀਨ ਤੋਂ ਲੈਣਾ ਹੀ ਕੁਛ ਨਹੀਂ, ਅਸੀਂ ਚੀਨ ਨਾਲ ਕਰਨਾ ਹੀ ਕੁਛ ਨਹੀਂ, ਅਸੀਂ ਐਪ ਵੀ ਬਾਈਕਾਟ ਕਰਤੀਆਂ, ਅਸੀਂ ਹਿੰਦੁਸਤਾਨ ਨੇ ਸਾਰਾ ਕੁਝ ਆਪ ਹੀ ਬਣਾਉਣਾ ਤੇ ਆਪ ਹੀ ਵੇਚਣਾ ਹੈ, ਤੇ ਜਦੋਂ 6 ਮਹੀਨੇ ਬਾਅਦ ਅੰਕੜੇ ਆਉਣ ਤੇ ਫਿਰ ਤੁਹਾਨੂੰ ਜੇ ਲੋਕ ਜੁਮਲਿਆਂ ਵਾਲੀ ਸਰਕਾਰ ਕਹਿਣਗੇ ਤੇ ਫਿਰ ਉਹ ਠੀਕ ਹੀ ਹੈ। ਬਿਲਕੁਲ ਗੱਲ ਸਹੀ ਆ। ਲੋਕਾਂ ਦੀ ਭਾਵਨਾਵਾਂ ਇਸ ਕਦਰ ਉੱਠ ਜਾਂਦੀਆਂ, ਉੱਭਰ ਜਾਂਦੀਆਂ ਜਦੋਂ ਇਹੋ ਜਿਹੀ ਕੋਈ ਘਟਨਾ ਵਾਪਰਦੀ, ਚਾਹੇ ਗਲਵਾਨ ਘਾਟੀ ਦੀ ਹੋਵੇ ਤੇ ਚਾਹੇ ਪਾਕਿਸਤਾਨ ਨਾਲ ਸਰਹੱਦ ਤੇ ਹੋਵੇ। ਜਦੋਂ ਸਾਡੇ ਜਵਾਨ ਕੋਈ ਸ਼ਹੀਦ ਹੁੰਦੇ ਆ, ਲੋਕਾਂ ਦਾ ਗੁੱਸਾ ਜਿਹੜਾ ਉਹ ਸਿਖਰ ਤੇ ਹੁੰਦਾ ਆ।
ਵੀ ਹੁਣ ਨਹੀਂ ਆਪਾਂ ਕੁਝ ਵੀ ਇਹਨਾਂ ਨੂੰ ਕਰਨਾ, ਇਹਨਾਂ ਪ੍ਰਤੀ ਗੁੱਸਾ ਇੰਨਾ ਵੱਧ ਜਾਂਦਾ ਹੈ ਵੀ ਸਰਕਾਰਾਂ ਨੂੰ ਕੋਸਣ ਲੱਗ ਪੈਂਦੇ ਵੀ ਸਾਰਾ ਕੁਝ ਬੰਦ ਕਰ ਦਿਓ। ਇਹੀ ਕਾਰਨ ਹੈ ਵੀ ਸੋਸ਼ਲ ਮੀਡੀਆ ਤੇ ਉਦੋਂ ਬਹੁਤ ਟ੍ਰੈਂਡ ਕਰ ਗਿਆ ਸੀਗਾ। ਉਹ ਲੋਕ ਭਾਵਨਾਵਾਂ ਨੂੰ ਦੇਖ ਕੇ ਸ਼ਾਇਦ ਸਰਕਾਰ ਨੇ ਉਦੋਂ ਫਟਾਫਟ ਇਹਨਾਂ ਦੇ ਐਪਾਂ ਤੇ ਪਾਬੰਦੀ ਲਾਤੀ ਜਾਂ ਜੋ ਕਾਰੋਬਾਰ ਕਹਿਤਾ ਘਟਾਤਾ, ਜੇ ਹੋ ਗਿਆ ਉਹ ਹੋ ਗਿਆ, ਸਾਰਾ ਕੁਝ ਕਰਤਾ। ਪਰ ਇਸ ਦੇ ਨਾਲ ਅੰਦਰ ਖਾਤੇ ਜਿਹੜਾ ਸਰਕਾਰ ਦਾ ਵਪਾਰ ਸੀ ਉਹ ਚੱਲਦਾ ਰਿਹਾ, ਉਹ ਹਜੇ ਵੀ ਚੱਲਦਾ ਆ, ਵੱਧ ਕੇ ਸਮਾਂ ਕਿ ਹੋਰ ਅੱਗੇ ਨੂੰ ਚਲੇ ਗਿਆ ਆ। ਆਉਣ ਵਾਲੇ ਸਮੇਂ ਦੇ ਵਿੱਚ ਜੇ ਉਧਰੋਂ ਨਹੀਂ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ ਤਾਂ ਕਾਰੋਬਾਰ ਵਧਣਾ ਚੰਗੀ ਗੱਲ ਹੀ ਆ, ਮਾੜੀ ਨਹੀਂ ਹੈਗੀ ਆ, ਪਰ ਉਹਨੂੰ ਸੁਖਾਵੇਂ ਤਰੀਕੇ ਨਾਲ ਲੈਣਾ ਚਾਹੀਦਾ। ਬਿਲਕੁਲ। ਤੇ ਫਿਰ ਲੋਕਾਂ ਦੀਆਂ ਭਾਵਨਾਵਾਂ ਨਾਲ ਨਹੀਂ ਸਾਨੂੰ ਖੇਲਣਾ ਚਾਹੀਦਾ। ਬਿਲਕੁਲ ਸਹੀ ਗੱਲ ਹੈ ਜੀ। ਲੋਕਾਂ ਦੀਆਂ ਭਾਵਨਾਵਾਂ, ਜਦੋਂ ਤੁਸੀਂ ਦੇਖਿਆ ਹੋਣਾ ਫਿਰ ਉੜੀ 'ਚ ਜਦੋਂ ਹਮਲਾ ਹੋਇਆ ਸੀਗਾ, ਸਾਡੇ ਜਵਾਨ ਮਾਰਤੇ ਸੀਗੇ ਅੱਤਵਾਦੀਆਂ ਨੇ, ਉਦੋਂ ਜਦੋਂ ਸਾਰੇ ਸੜਕਾਂ ਦੇ ਉੱਤੋਂ ਫੌਜੀ ਜਿਹੜੇ ਆ ਵਾਹਨ, ਟੈਂਕ ਆ, ਗੱਡੀਆਂ ਆ, ਉਹ ਜੰਮੂ ਕਸ਼ਮੀਰ ਨੂੰ ਤੁਰ ਪਏ ਸੀਗੇ, ਤੇ ਲੋਕ ਉਹਨਾਂ ਨੂੰ ਰੋਕ ਕੇ ਸਲੂਟ ਮਾਰ ਕੇ ਕਹਿੰਦੇ ਸੀ ਵੀ ਹੁਣ ਛੱਡ ਕੇ ਨਹੀਂ ਆਉਣਾ, ਬਿਲਕੁਲ ਹੁਣ ਬਖਸ਼ ਕੇ ਨਹੀਂ ਆਉਣਾ, ਪਿਆ ਆਹ ਕੰਮ ਸਾਡੇ ਨਾਲ ਬਹੁਤ ਵੱਡਾ ਧੱਕਾ ਕਰਤਾ ਉਹਨਾਂ ਨੇ। ਉਹ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਵੀ ਸਾਡੇ ਦੇਸ਼ ਦੇ ਜਵਾਨਾਂ ਨਾਲ ਇੱਦਾਂ ਕੀਤਾ, ਅਸੀਂ ਉਹਨੂੰ ਕਿਵੇਂ ਬਖਸ਼ ਦਾਂਗੇ। ਉਹਨਾਂ ਭਾਵਨਾਵਾਂ ਕਰਕੇ ਉਹਨਾਂ ਦਾ ਵੀ ਖਿਆਲ ਸਰਕਾਰ ਨੂੰ ਰੱਖਣਾ ਚਾਹੀਦਾ। ਜਦੋਂ ਇਹੋ ਜਿਹੇ ਕਾਰੋਬਾਰ ਆਪਾਂ ਵਧਾਉਣੇ ਵੀ ਆ ਤਾਂ ਉਧਰ ਦੂਜੇ ਪਾਸੇ ਲੋਕਾਂ ਦੀਆਂ ਭਾਵਨਾ ਦੀ ਕਦਰ ਵੀ ਕਰਨੀ ਚਾਹੀਦੀ ਹੈ ਜੀ। ਸ਼ੇਰਗਿੱਲ ਸਾਹਿਬ, ਚੱਲਦੇ ਚੱਲਦੇ ਕਰੋਨਾ ਦੀ ਵੀ ਗੱਲ ਕਰੀਏ ਜੀ। ਬਿਲਕੁਲ ਜੀ। ਕਰੋਨਾ ਜਿਹੜਾ ਆ ਉਹ ਨਵੇਂ ਰੂਪ ਦੇ ਵਿੱਚ ਨਵੀਂ ਸਿਰਦਰਦੀ ਦੇਣ ਵੱਲ ਵੱਧ ਰਿਹਾ ਜੀ। ਜੇ ਆਪਾਂ ਦੇਖਿਆ ਜਾਵੇ ਤਾਂ ਸਟ੍ਰੇਨ ਦੀ ਗੱਲ ਕਰਦੇ ਆ ਤੇ ਉਹ ਇੰਗਲੈਂਡ ਤੋਂ ਉੱਠਿਆ, ਦੱਖਣੀ ਅਫਰੀਕਾ ਤੋਂ ਉੱਠਿਆ। ਉਹ ਹੁਣ ਪੰਜਾਬ ਦੇ PGI ਦੇ ਡਾਇਰੈਕਟਰ ਨੇ ਵੀ ਕਹਿਤਾ, ਏਮਸ ਦੇ ਡਾਇਰੈਕਟਰ ਨੇ ਵੀ ਕਹਿਤਾ ਵੀ ਪੰਜਾਬ ਵਿੱਚ ਸਟ੍ਰੇਨ ਦਾ ਜਿਹੜਾ ਨਵੇਂ ਸਟ੍ਰੇਨ ਦਾ ਮਿਊਟੇਸ਼ਨ ਵਾਲਾ ਉਹਦਾ ਦਾਖਲਾ ਹੋ ਗਿਆ। ਗੱਲ ਉੱਥੇ ਇਹ ਆਉਂਦੀ ਆ ਵੀ ਹੁਣ ਕੇਸ ਵਧਣ ਲੱਗ ਪਏ ਆ। ਪਹਿਲਾਂ ਦਿੱਲੀ 'ਚ ਦੂਜੀ ਲਹਿਰ ਜਿਹੜੀ ਆ ਇੰਨੀ ਜ਼ਿਆਦਾ ਪ੍ਰਚੰਡ ਹੋ ਗਈ ਸੀਗੀ ਵੀ ਉਹਨੂੰ ਮਸੀਂ ਕਾਬੂ ਕੀਤਾ, ਤੇ ਹੁਣ ਉੱਥੇ ਪੋਜ਼ਿਟਿਵਿਟੀ ਰੇਟ 0 ਤੱਕ ਪਹੁੰਚ ਗਈ ਆ ਜੀ। ਹੁਣ ਉਸ ਤੋਂ ਬਾਅਦ ਮੁੰਬਈ, ਮਹਾਰਾਸ਼ਟਰ ਦੇ ਵਿੱਚ ਇਸ ਕਦਰ ਕੇਸ ਵੱਧ ਰਹੇ ਆ ਵੀ ਉੱਥੇ 2-3 ਜ਼ਿਲ੍ਹਿਆਂ ਦੇ ਵਿੱਚ ਲੋਕਡਾਊਨ ਵਰਗੀ ਸਥਿਤੀ ਵੀ ਆ ਗਈ ਆ। ਲੋਕਡਾਊਨ ਲਾਇਆ ਵੀ ਆ, ਅਮਰਾਵਤੀ ਹੋਇਆ, ਪੂਨੇ ਹੋਇਆ, ਮੁੰਬਈ ਦੇ ਵਿੱਚ ਵੀ ਜਿਹੜੀ ਉਹ ਮਾਸਕ ਪਾਉਣ ਨੂੰ ਲੈ ਕੇ ਬਹੁਤ ਸਖਤੀ ਕੀਤੀ ਆ, ਜੁਰਮਾਨੇ ਲਾਈ ਜਾਂਦੇ ਆ, ਰਾਸਤੇ 'ਚ ਰੋਕ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਵੀ ਕੀਤੀ ਜਾਂਦੀ ਆ। ਪੰਜਾਬ ਵਿੱਚ ਵੀ ਜਦੋਂ ਹੁਣ ਰੋਜ਼ਾਨਾ ਦੀ ਗਿਣਤੀ ਦੇ ਵਿੱਚ ਮੌਤਾਂ ਜਦੋਂ ਵਧਣ ਲੱਗ ਪਈਆਂ ਤੇ ਪੰਜਾਬ ਸਰਕਾਰ ਨੇ ਵੀ ਕੁਝ ਪਾਬੰਦੀਆਂ ਲਾਈਆਂ ਜਿਹੜੀਆਂ ਕਿ ਪਹਿਲੀ ਤੋਂ ਸ਼ੁਰੂ ਹੋਣੀਆਂ। ਉਹਦੇ ਵਿੱਚ ਜਿਹੜੇ ਸਮਾਗਮਾਂ ਦੇ ਵਿੱਚ ਇਕੱਠ ਹੁੰਦੇ ਸੀਗੇ, ਉਹ ਅੰਦਰਲੇ ਇਕੱਠਾਂ ਦੀ ਗਿਣਤੀ ਕੁਝ ਘਟਾਤੀ ਆ ਤੇ ਬਾਹਰਲਿਆਂ ਦੀ ਵੀ ਘਟਾਤੀ ਆ। ਪਹਿਲਾਂ ਤਾਂ ਵਧਾਤੀ ਸੀ, ਖੁੱਲ੍ਹ ਦੇਤੀ ਸੀਗੀ ਜੀ। ਇਹਦੇ ਨਾਲ ਵੱਡੀ ਗੱਲ ਇਹ ਆਉਂਦੀ ਆ ਵੀ ਸਕੂਲ ਵੀ ਖੁੱਲ੍ਹੇ ਆ। ਆਪਾਂ 13 ਦਿਨਾਂ ਦੀ ਗੱਲ ਕਰੀਏ ਪਿਛਲਿਆਂ ਦੇ ਵਿੱਚ ਤਾਂ ਇਕੱਲੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਵੀ ਸਕੂਲ ਦੇ ਟੀਚਰ ਔਰ ਵਿਦਿਆਰਥੀ ਵੱਡੀ ਗਿਣਤੀ 'ਚ ਕਰੋਨਾ ਪੋਜ਼ਿਟਿਵ ਹੋਏ ਆ, ਜਿਹੜੀ ਚਿੰਤਾ ਵਾਲੀ ਗੱਲ ਆ। ਪਰ ਮੁੱਖ ਸਕੱਤਰ ਉਹਨਾਂ ਨੇ ਫੇਰ ਕਹਿਤਾ ਵੀ ਸਕੂਲ ਬੰਦ ਨਹੀਂ ਹੋਣਗੇ, ਇਹਦੇ ਪ੍ਰਤੀ ਪ੍ਰੀਕਾਸ਼ਨ ਜ਼ਰੂਰ ਲਏ ਜਾਣਗੇ ਆ। ਇਹਦਾ ਸਭ ਤੋਂ ਵੱਡਾ ਇਲਾਜ ਹੀ ਪ੍ਰੀਕਾਸ਼ਨ ਆ। ਜੇ ਆਪਾਂ ਮਾੜੀ ਜੇ ਵੀ ਅਣਗਹਿਲੀ ਵਰਤਦੇ ਆ ਤੇ ਇਹਦਾ ਲਾਜ਼ਮੀ ਆਪੇ ਹਾਵੀ ਹੋਣ ਲੱਗ ਪੈਂਦਾ ਆ। ਜੇ ਹੁਣ ਤੱਕ ਆਪਾਂ ਇਹਦੇ ਤੇ ਕਾਬੂ ਪਾਉਂਦੇ ਆਏ ਆ ਤੇ ਆਪਣੀ ਜਿਹੜੀ ਸਾਵਧਾਨੀ ਪ੍ਰੀਕਾਸ਼ਨ ਨਾਲ ਹੀ ਆਏ ਆ। ਮਾਸਕ ਪਾਉਣਾ ਜ਼ਰੂਰੀ ਆ, ਸੈਨੀਟਾਈਜ਼ਰ ਔਰ ਦੂਰੀ ਰੱਖਣੀ ਜ਼ਰੂਰੀ ਆ। ਟੀਕਾਕਰਨ ਦੇ ਨਾਲ ਜਦੋਂ ਇਹ ਕੇਸ ਵੱਧਦੇ ਆ ਤਾਂ ਫਿਰ ਚਿੰਤਾ ਹੋਰ ਵੀ ਵੱਧ ਜਾਂਦੀ ਆ ਜੀ, ਕਿਉਂਕਿ ਟੀਕਾਕਰਨ ਦੀ ਵੀ ਇਸ ਵੇਲੇ ਮੁਹਿੰਮ ਪੂਰੀ ਚੱਲ ਰਹੀ ਆ। ਇਹਦੇ ਵਿੱਚ ਵੀ ਦਰਸਾਇਆ ਇਹ ਜਾਂਦਾ ਵੀ ਕੇਵਲ ਸਰਕਾਰ ਦੇ ਹੱਥ ਵਿੱਚ ਹੀ ਆ, ਪਰ ਹੁਣ ਆਵਾਜ਼ ਉੱਠਣ ਲੱਗ ਪਈ ਆ ਵੀ ਇਹਨੂੰ ਪ੍ਰਾਈਵੇਟਾਈਜੇਸ਼ਨ, ਪ੍ਰਾਈਵੇਟ ਹੱਥਾਂ 'ਚ ਦੇ ਕੇ ਇਹ ਟੀਕਾਕਰਨ ਮੁਹਿੰਮ ਚਲਾਈ ਜਾਵੇ, ਉਹ ਜ਼ਿਆਦਾ ਕਾਰਗਰ ਹੋਵੇਗੀ। ਕਿਉਂਕਿ ਮੈਂ ਅਜ਼ੀਮ ਪ੍ਰੇਮ ਜੀ ਹੁਣਾਂ ਨੂੰ ਬੋਲਦਿਆਂ ਸੁਣਿਆ, ਉਹ ਕਹਿੰਦੇ ਜੇ ਸਾਨੂੰ ਦੇਣ ਇਹ ਕੰਮ ਕਰਨ ਦਾ ਤੇ ਅਸੀਂ 6 ਮਹੀਨਿਆਂ ਦੇ ਵਿੱਚ ਘੱਟੋ ਘੱਟ 50-60 ਕਰੋੜ ਨੂੰ ਟੀਕੇ ਲਾ ਦੇਵਾਂਗੇ। ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਆ। ਉਂਝ ਦੇਖਿਆ ਜਾਵੇ ਤਾਂ ਹਲੇ 1 ਕਰੋੜ ਨੂੰ ਮਸੀਂ ਟੱਪੀ ਆ ਟੀਕਾਕਰਨ ਦੀ ਜਿਹੜੀ ਗਿਣਤੀ ਆ। ਉਹਦੇ ਵਿੱਚ 3 ਕਰੋੜ ਤਾਂ ਆਪਣੇ ਫਰੰਟ ਲਾਈਨਰ ਹੀ ਆਉਂਦੇ ਆ, ਤੇ ਜੇ ਹਾਲੇ 1 ਕਰੋੜ ਜਿਹੜੇ ਆ 1 ਮਹੀਨੇ 'ਚ ਹੀ ਹੋਏ ਆ, ਤੇ ਉਹ ਦੇਖ ਲਓ ਵੀ 150 ਕਰੋੜ ਦੀ ਆਬਾਦੀ ਆ। ਜੇ ਸਾਰਿਆਂ ਨੂੰ ਲਾਉਣਾ ਪਵੇ ਤਾਂ ਕਿੰਨਾ ਸਮਾਂ ਲੱਗ ਜਾਏਗਾ। ਇਸ ਦੇ ਨਾਲ ਆਪਾਂ ਵਿਦੇਸ਼ਾਂ ਦੀ ਗੱਲ ਕਰਦੇ ਹਾਂ ਤਾਂ ਅਮਰੀਕਾ ਦੇ ਵਿੱਚ ਜਿਹੜੀ ਮੌਤਾਂ ਦੀ ਗਿਣਤੀ ਉਹ 5 ਲੱਖ ਤੋਂ ਟੱਪ ਗਈ ਆ। ਬਹੁਤ ਵੱਡੀ ਗਿਣਤੀ 'ਚ ਮੌਤਾਂ ਜਿਹੜੀਆਂ ਅਮਰੀਕਾ 'ਚ ਹੋਈਆਂ, ਇਹਦਾ ਜਿਹੜਾ ਸਾਰਾ ਸਿਹਰਾ ਆਪਾਂ ਕਹਿ ਦਈਏ ਤਾਂ ਡੋਨਾਲਡ ਟਰੰਪ ਨੂੰ ਜਾਂਦਾ ਆ, ਜਿਨ੍ਹਾਂ ਨੇ ਕੋਈ ਐਡੀ ਇਹਨੂੰ ਗੰਭੀਰਤਾ ਨਾਲ ਲਿਆ ਹੀ ਨਹੀਂ ਸੀਗਾ ਵੀ ਇਹਦੇ ਪ੍ਰਤੀ ਕੋਈ ਪਾਬੰਦੀਆਂ ਹੀ ਨਹੀਂ ਸੀ ਲਾਈਆਂ, ਪ੍ਰੀਕਾਸ਼ਨ ਵੀ ਸੀ ਲਏ। ਸੋ ਮੌਤਾਂ ਦੀ ਗਿਣਤੀ ਉੱਥੇ ਵਧਣੀ ਸੁਭਾਵਿਕ ਸੀ। ਪਰ ਜਦੋਂ ਤੋਂ ਨਵੀਂ ਸਰਕਾਰ ਬਣੀ ਆ, ਨਵਾਂ ਨਿਜ਼ਾਮ ਬਦਲਿਆ ਆ, ਉਹਨਾਂ ਨੇ ਕੁਛ ਹੱਦ ਤੱਕ ਇਹ 'ਤੇ ਕਾਬੂ ਪਾਉਣ ਦਾ ਯਤਨ ਕੀਤਾ ਆ। ਇਸੇ ਤਰ੍ਹਾਂ ਯੂਰਪ ਦੇ ਵਿੱਚ ਵੀ ਕਾਫੀ ਹੱਦ ਤੱਕ ਸੁਧਾਰ ਹੋਣ ਵੱਲ ਜਾ ਰਿਹਾ। ਫਿਰ ਵੀ ਇੰਗਲੈਂਡ 'ਚ ਇਹਦੀ ਸਥਿਤੀ ਕਾਫੀ ਮਾੜੀ ਆ ਜੀ। ਸ਼ੇਰਗਿੱਲ ਸਾਹਿਬ, ਸਮਾਂ ਜਿਹੜਾ ਹੁਣ ਇਜਾਜ਼ਤ ਨਹੀਂ ਦਿੰਦਾ। ਅੱਜ ਦਾ ਵਿਚਾਰ ਚਰਚਾ ਪ੍ਰੋਗਰਾਮ ਇੰਨਾ ਹੀ ਸੀਗਾ ਜੀ। ਅਗਲੀ ਵਾਰ ਫਿਰ ਮਿਲਾਂਗੇ ਨਵੇਂ ਵਿਚਾਰਾਂ ਦੇ ਨਾਲ ਤੇ ਕਰਾਂਗੇ ਚਰਚਾ। ਤਦ ਤੱਕ ਲਈ ਧੰਨਵਾਦ।